ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਫਰ ਟੀਵੀ। ਅੱਜ ਇੱਕ ਪੰਜਾਬ ਦੇ ਐਸੇ ਪਿੰਡ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਕੋਈ ਵੀ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਨਹੀਂ ਲੱਗਦੇ। ਸਾਰਾ ਪਿੰਡ ਇਕਮੁੱਠ ਹੋ ਕੇ ਬੂਥ ਦੇ ਉੱਤੇ ਬਹਿੰਦਾ ਹੈ। ਕਿਸੇ ਵੀ ਪਾਰਟੀ ਦਾ ਕੋਈ ਸਪੈਸ਼ਲ ਪੋਲਿੰਗ ਬੂਥ ਨਹੀਂ ਲੱਗਦਾ। ਤਸਵੀਰਾਂ ਦੇਖ ਸਕਦੇ ਹੋ ਕਿ ਸਾਰੇ ਪਾਰਟੀਆਂ ਦੇ ਬੈਨਰ ਤਾਂ ਲੱਗੇ ਹੋਏ ਹੈ, ਪਰ ਸਾਰਾ ਪਿੰਡ ਇਕਜੁੱਟਤਾ ਦੇ ਵਿੱਚ ਹੈ। ਕਾਰਨ ਕੀ ਹੈ ਇਹਦੇ ਪਿੱਛੇ ਦਾ ਕਿ ਕਈ ਬੂਥਾਂ ਦੇ ਵਿੱਚ ਤਾਂ ਅਸੀਂ ਪਿੰਡਾਂ ਦੇ ਵਿੱਚ ਦੇਖਿਆ ਕਿ ਲੜਾਈਆਂ ਹੋ ਜਾਂਦੀਆਂ ਨੇ ਇੱਕ ਪਾਰਟੀ ਦੀ ਦੂਜੇ ਪਾਰਟੀ ਦੇ ਬੂਥ ਨਾਲ, ਪਰ ਇਹ ਪਿੰਡ ਦੇ ਵਿੱਚ ਐਸਾ ਕੁਝ ਦੇਖਣ ਨੂੰ ਨਹੀਂ ਮਿਲਦਾ। ਇਹ ਪਿੰਡ ਸੂਲਰ ਜ਼ਿਲ੍ਹਾ ਸੰਗਰੂਰ ਤੇ ਹਲਕਾ ਦਿੜਬਾ ਦਾ ਪਿੰਡ ਹੈ। ਇਹ ਗੱਲਬਾਤ ਕਰ ਲੈਣੇ ਸਰਪੰਚ ਸਾਹਿਬ ਨਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵੀਰੇ। ਸਤਿ ਸ਼੍ਰੀ ਅਕਾਲ। ਕੀ ਕਾਰਨ ਹੈ ਕਿ ਇਸ ਪਿੰਡ ਦੇ ਵਿੱਚ ਵੱਖਰੇ ਵੱਖਰੇ ਬੂਥ ਦੇਖਣ ਨੂੰ ਨਹੀਂ ਮਿਲਦੇ? ਇੰਨੀ ਇਕਜੁੱਟਤਾ ਕਿਵੇਂ ਹੈ? ਇਹ ਬਾਈ ਜੀ ਇਕਜੁੱਟਤਾ ਦਾ ਪ੍ਰਤੀਕ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਮਤਲਬ ਆਪਾਂ ਨੂੰ ਹੁਣ 70 ਸਾਲ ਹੋ ਗਏ, ਆਪਾਂ ਮਤਲਬ ਆਪਸ 'ਚ ਲੜਦੇ ਭਿੜਦੇ ਪਾਰਟੀਆਂ ਦਾ ਮਤਲਬ ਕੁਛ ਨਹੀਂ ਜਾਂਦਾ ਹੈ ਨਾ। ਸੋ ਇਹ ਹੈ ਵੀ ਸਾਰੇ ਇੱਕ ਮੰਚ 'ਤੇ ਇਕੱਠੇ ਹੋਈਏ ਵੀ ਵੋਟ ਦੇਖੋ ਸਭ ਨੂੰ ਹੱਕ ਹੈ ਆਪਦੀ ਵੋਟ ਦਾ, ਵੀ ਕੋਈ ਕਿਤੇ ਮਰਜ਼ੀ ਪਾਓ, ਕੋਈ ਚੱਕਰ ਨਹੀਂ। ਬਟ ਆਪਾਂ ਨੇ ਇੱਕ ਰਹਿਣਾ। ਵੋਟਾਂ ਤਾਂ ਜਾਂਦੀਆਂ ਆਉਂਦੀਆਂ ਰਹਿੰਦੇ ਨੇ 5 ਸਾਲ ਬਾਅਦ, ਕੋਈ ਆ ਗਿਆ ਕਦੇ ਕੋਈ ਚਲਾ ਗਿਆ, ਬਟ ਆਪਾਂ ਨੇ ਪਿੰਡ ਨੂੰ ਇੱਕ ਮੰਚ 'ਤੇ ਖੜਾ ਕਰਨਾ ਹੈ, ਇਕੱਠੇ ਰਹਿਣਾ ਜੀ। ਹਾਂਜੀ। ਪਹਿਲਾਂ ਵੀ ਜਦੋਂ ਕੋਈ ਸਿਆਸੀ ਲੀਡਰ ਆਉਂਦਾ, ਜਿਵੇਂ ਇਹ ਹੁੰਦਾ ਕਿ ਪਿੰਡ ਵਾਲੇ ਧੜਿਆਂ 'ਚ ਵੰਡਿਆ ਹੁੰਦਾ ਪਿੰਡ, ਇਹ ਪਿੰਡ ਦੇ ਵਿੱਚ ਵੀ ਐਸੀ ਗੱਲਬਾਤ ਹੈਗੀ ਕਿਉਂਕਿ ਧੜਿਆਂ ਦੇ ਵਿੱਚ ਵੰਡਿਆ ਹੋਵੇ? ਨਹੀਂ ਜੀ, ਬਿਲਕੁਲ। ਸਾਡੇ ਸਰਪੰਚ ਹੋਣ ਦੇ ਨਾਤੇ ਸਾਡੇ ਕੋਲ ਹਰ ਇੱਕ ਬੰਦਾ ਕੈਂਡੀਡੇਟ ਅਪਰੋਚ ਕਰਦਾ ਹੈ, ਬਟ ਅਸੀਂ ਸਾਰਿਆਂ ਨੂੰ ਆਦਰ ਸਨਮਾਨ ਦਿੰਦੇ ਹਾਂ, ਸਭ ਦਾ ਵੈਲਕਮ ਕਰਦੇ ਹਾਂ ਵੀ ਹਾਂਜੀ ਤੁਸੀਂ ਆਓ, ਕੋਈ ਗੱਲ ਨਹੀਂ। ਵੋਟਾਂ ਮੰਗਣਾ ਕਿਉਂਕਿ ਹੱਕ ਹੈ ਨਾ ਉਹਨਾਂ ਦਾ, ਸਾਡੇ ਕੋਲ ਆਉਂਦੇ ਨੇ ਤੇ ਸਭ ਨੂੰ ਅਸੀਂ ਰਿਸਪੈਕਟ ਦਿੰਦੇ ਹਾਂ। ਹਾਂਜੀ ਭਾਈ ਜੀ, ਆਪਾਂ ਤੁਹਾਡੇ ਨਾਲ ਗੱਲ ਕਰੀਏ, ਜਦੋਂ ਇਹ ਸ਼ੁਰੂਆਤ ਕਦੋਂ ਹੁੰਦੀ ਹੈਗੀ ਕਿ ਅਸੀਂ ਇੱਕ ਸਾਂਝਾ ਬੂਥ ਲਾਉਣਾ ਪਿੰਡ ਦਾ, ਕੋਈ ਪਾਰਟੀ ਨਹੀਂ ਹੋਊ, ਕੋਈ ਸਿਆਸੀ ਪਾਰਟੀ ਦਾ ਅਲੱਗ ਬੂਥ ਨਹੀਂ ਲੱਗੂਗਾ, ਇਹ ਸ਼ੁਰੂਆਤ ਕਦੋਂ ਹੋਈ ਹੈ? ਇਹ ਇਸ ਸਾਲ ਹੀ ਸ਼ੁਰੂਆਤ ਹੋਈ ਹੈ ਜਾਂ ਪਹਿਲਾਂ ਦੀ ਹੋਈ ਹੈ? ਨਹੀਂ ਬਾਈ ਜੀ, ਇਸ ਸਾਲ ਪਹਿਲੀ ਵਾਰ ਹੋਇਆ ਇਹ। ਹਾਂ, ਤੇ ਅਸੀਂ ਪਰਸੋਂ ਇਹ ਵਿਚਾਰ ਕੀਤਾ ਸੀ ਸਰਪੰਚ ਸਾਹਿਬ ਕੋਲ ਬੈਠ ਕੇ ਵੀ ਆਪਾਂ ਨੇ ਪੋਲਿੰਗ ਬੂਥ ਅਲੱਗ-ਅਲੱਗ ਨਹੀਂ ਲਾਉਣੇ ਤੇ ਸਾਰੇ ਪਿੰਡ ਨੇ ਇੱਕ ਥਾਵੇਂ ਬੈਠਣਾ ਹੈ। ਚਲੋ ਜੋ ਬੈਠਦਾ ਬੈਠੋ, ਜਿਹਨੇ ਵੋਟ ਪਾ ਕੇ ਜਾਣਾ ਚਲੇ ਜਾਓ। ਤੇ ਕਿਸੇ ਨੂੰ ਸਾਡੇ ਪਿੰਡ 'ਚੋਂ ਕਿਸੇ ਨੇ ਵੋਟ ਨੂੰ ਨਹੀਂ ਕਿਹਾ, ਕਿਸੇ ਦੀ ਸਪੋਰਟ ਵਾਸਤੇ ਨਹੀਂ ਕਿਹਾ। ਜੋ ਵੀ ਕੈਂਡੀਡੇਟ ਆਏ ਨੇ ਸਾਡੇ ਸਰਪੰਚ ਸਾਹਿਬ ਕੋਲ ਆਉਂਦੇ ਨੇ ਤੇ ਸਾਰਾ ਪਿੰਡ ਇੱਕ ਬੈਂਚ ਦੀ ਆ, ਕੋਈ ਚਿੰਤਾ ਨਹੀਂ। ਬਾਈ ਜੀ, ਜੇ ਆਪਾਂ ਤੁਹਾਡੇ ਨਾਲ ਗੱਲ ਕਰ ਲਈਏ ਕਿ ਜਿਵੇਂ ਹੁਣ ਇਹਨਾਂ ਨੇ ਆਖਿਆ ਕਿ ਸਾਂਝਾ ਬੂਥ ਇੱਥੇ ਲੱਗਦਾ, ਕਦੇ ਹੁਣ ਜਿਵੇਂ ਅੱਜ ਇੱਥੇ ਬੈਠੇ ਹੋ ਤੁਸੀਂ, ਤੇ ਇਹ ਤਾਂ ਨਹੀਂ ਹੈਗਾ ਕਿ ਦਫਾੜ ਹੋਇਆ ਪਿੰਡ ਕਿ ਕਿਸ ਤਰੀਕੇ ਨਾਲ ਅਣਬਣ ਹੋਵੇ, ਆਪਸ ਵਿੱਚ ਕੇ ਰਲ ਕੇ ਨਾ ਬਹਿੰਦੇ ਹੋਣ? ਨਹੀਂ ਜੀ, ਐਸਾ ਕੁਝ ਵੀ ਨਹੀਂ ਹੈ। ਦੇਖੋ, ਇਹ ਇੱਕ ਬਹੁਤ ਵੱਡਾ ਮੈਸੇਜ ਜਾਊਗਾ ਪੂਰੀ ਦੁਨੀਆ ਦੇ ਵਿੱਚ, ਠੀਕ ਹੈ। ਵੈਸੇ ਹੋਣਾ ਵੀ ਹਰ ਇੱਕ ਪਿੰਡ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਹੀ ਕੁਝ ਹੋਣਾ ਚਾਹੀਦਾ। ਵੋਟਾਂ ਤਾਂ ਹਰ ਸਾਲ ਆਉਂਦੀਆਂ, 5 ਸਾਲ ਬਾਅਦ ਆਉਂਦੀਆਂ ਜਾਂਦੀਆਂ ਨੇ, ਪਰ ਜੇ ਆਪਾਂ ਪਿੰਡ ਦੇ ਵਿੱਚ ਵੋਟਾਂ ਪਾਉਣ ਲੱਗੇ ਆਪ 'ਚ ਫੜ ਹੋ ਜਾਵਾਂਗੇ ਤਾਂ ਉਹ ਪਿੰਡ ਦਾ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਅਤੇ ਇਸ ਲਈ ਸਾਨੂੰ ਸਾਰਿਆਂ ਨੇ ਇਹ ਸਰਪੰਚ ਸਾਹਿਬ ਨਾਲ ਪਰਸੋਂ ਮਿਲ ਕੇ ਗੱਲਬਾਤ ਕਰੀ ਅਸੀਂ ਨੇ ਵੀ ਆਪਾਂ ਇੱਕ ਹੀ ਟੈਂਟ ਲਾਵਾਂਗੇ, ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਪਣਾ ਫਲੈਗ ਲੱਗ, ਜੋ ਜਿਹਨੇ ਵੋਟ ਜਿਹਨੂੰ ਮਰਜ਼ੀ ਪਾਉਣੀ ਕਿਸੇ ਨੇ ਪਾਈ ਜਾਵੇ, ਬਸ ਇੱਕ ਹੀ ਤੇ ਰਹਾਂਗੇ। ਅੱਛਾ ਬਾਈ, ਇਹ ਵੀ ਗੱਲ ਹੁੰਦੀ ਹੈ ਕਿ ਝਾੜੂ ਵਾਲਾ ਵੀ ਇੱਥੇ ਹੀ ਬੈਠਾ ਹੈ, ਤੇ ਜੇ ਕਾਂਗਰਸੀਆਂ ਦੀ ਗੱਲ ਕਰ ਲਈ ਉਹ ਵੀ ਇੱਥੇ ਬੈਠਾ, ਅਕਾਲੀ ਦਲ ਵਾਲੇ ਵੀ ਇੱਥੇ ਬੈਠੇ। ਲੱਗਦਾ ਹੈ ਕਿ ਇਹ ਚੀਜ਼ ਜਿਹੜੇ ਲੀਡਰ ਨੇ ਆਪਸ 'ਚ ਪੜਾ ਦਿੰਦੇ ਆ ਸਾਨੂੰ ਅਲੱਗ-ਅਲੱਗ ਧਰਮਾਂ ਦੇ ਨਾਂ 'ਤੇ, ਕੋਈ ਜਾਤੀ ਨਾਂ 'ਤੇ, ਉਹਨਾਂ ਤੱਕ ਇਹ ਬਹੁਤ ਵੱਡਾ ਸੁਨੇਹਾ ਪਹੁੰਚੂਗਾ ਤੁਹਾਡਾ? ਬਿਲਕੁਲ ਜੀ, ਬਿਲਕੁਲ। ਇਹ ਮਤਲਬ ਸਾਰੀ ਦੁਨੀਆ ਦੇ ਵਿੱਚ ਹੀ ਮੈਸੇਜ ਜਾਊਗਾ ਵੀ ਦੇਖੋ ਵੀ ਮਤਲਬ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਆਪਦਾ ਪਿੰਡ ਦੀ ਅਖੰਡਤਾ ਨਾ ਉਹ ਕਰੋ, ਅਲੱਗ ਨਾ ਹੋ, ਇਕੱਠੇ ਰਹੋ। ਇਹ ਮੈਸੇਜ ਜਾਊਗਾ ਜੀ ਸਾਰੀ ਦੁਨੀਆ ਦੇ ਵਿੱਚ। ਲੱਗਦਾ ਹੈ ਕਿ ਜਿਵੇਂ ਹੁਣ ਤੁਸੀਂ ਇੱਥੇ ਸਾਂਝਾ ਬੈਠੇ ਹੋ ਕਿ ਪਿੰਡ ਦੀ ਇਕਜੁੱਟਤਾ ਵੀ ਨਜ਼ਰ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਹੁਣ ਇਹ ਸੰਦੇਸ਼ ਸਾਰੀ ਦੇਸ਼ ਦੁਨੀਆ ਦੇ ਵਿੱਚ ਜਾਊਗਾ ਅਗਲੇ 5 ਸਾਲਾਂ ਨੂੰ, ਫਿਰ ਲੋਕ ਇਸ ਤਰੀਕੇ ਨਾਲ ਹੀ ਤੁਹਾਡੀ ਰੀਸ ਕਰਕੇ ਆਪਣੇ ਪਿੰਡ ਦੇ ਵਿੱਚ ਇੱਕ ਸਾਂਝਾ ਬੂਥ ਲਾਉਣਗੇ? ਹਾਂਜੀ ਬਿਲਕੁਲ ਵੀਰੇ, ਇਹੀ ਰੀਤ ਚੱਲੂ ਅੱਗੇ। ਹਾਂਜੀ। ਤੇ ਬਾਈ ਜੀ, ਕਿਸੇ ਵੱਲੋਂ ਵਿਰੋਧ ਤਾਂ ਨਹੀਂ ਹੋਇਆ ਹੈਗਾ ਕਿ ਅਸੀਂ ਅਲੱਗ ਬੂਥ ਲਾਵਾਂਗੇ ਜੀ ਆਪਦਾ, ਤੇ ਤੁਸੀਂ ਆਪਦਾ ਜਿਵੇਂ ਤੁਹਾਡੀ ਵਿਚਾਰਧਾਰਾ ਹੈਗੀ ਤੁਸੀਂ ਆਪਣੀ ਵਿਚਾਰਧਾਰਾ ਰੱਖੋ, ਕੋਈ ਐਸਾ ਵਿਰੋਧ ਹੋਇਆ ਹੋਵੇ? ਨਹੀਂ ਬਾਈ ਜੀ, ਹੋਰ ਗੱਲ ਹੈ ਵੀ ਚਲੋ ਪਹਿਲਾਂ ਹੁੰਦਾ ਹਰ ਇੱਕ ਨੂੰ, ਚਲੋ ਹੁੰਦੀਆਂ ਨੇ ਪਾਰਟੀਆਂ ਅਲੱਗ-ਅਲੱਗ ਨੇ, ਕੈਂਡੀਡੇਟ ਅਲੱਗ-ਅਲੱਗ ਨੇ, ਤੇ ਅਸੀਂ ਬੈਠ ਕੇ ਇਹ ਵਿਚਾਰ ਕੀਤਾ ਸੀ। ਅੱਛਾ, ਕਿੰਨੇ ਕੁ ਫਿਰ ਸਹਿਮਤ ਹੋਏ ਸੀ, ਕਿੰਨੇ ਕੁ ਸਹਿਮਤ ਨਹੀਂ? ਸਾਰਾ ਪਿੰਡ ਸਹਿਮਤ ਹੈ, ਕੋਈ ਇੱਕ ਵੀ ਬੰਦਾ ਹੈ ਜਾਂ ਨਹੀਂ ਵੀ ਜਿਹੜਾ ਇਹ ਗੱਲ ਕਹਿੰਦਾ ਵੀ ਮੈਂ ਅਲੱਗ ਬੈਠਣਾ ਜਾਂ ਮੈਂ ਤੁਹਾਡੇ। ਵੈਸੇ ਤਾਂ ਸਾਡੇ ਪਿੰਡ 'ਚੋਂ ਤੁਸੀਂ ਹੁਣ ਸਾਰਾ ਨਗਰ ਹੀ ਖੜਾ ਹੈ, ਠੀਕ ਹੈ ਨਾ, ਕਿਸੇ ਦਾ ਇਹ ਨਹੀਂ ਪਤਾ ਵੀ ਕੌਣ ਕਿਹਨੂੰ ਵੋਟ ਪਾ ਰਿਹਾ ਨਾ। ਉਰੇ ਜਿੰਨੀ ਹੁਣ ਮੰਨ ਲਓ ਪਿੰਡ ਦੀ ਵੋਟ ਖੜੀ ਹੈ, ਕਿਸੇ ਦਾ ਇੱਕ ਦੂਜੇ ਨੂੰ ਨਹੀਂ ਪਤਾ ਵੀ ਕਿਹੜਾ ਕਿਹਨੂੰ ਵੋਟ ਪਾ ਰਿਹਾ, ਨਾ ਕਿਸੇ ਨੇ ਕਿਹਾ ਇੱਕ ਦੂਸਰੇ ਨੂੰ। ਜੋ ਵੀ ਕੈਂਡੀਡੇਟ ਆਏ ਨੇ ਸਾਰਾ ਪਿੰਡ ਸਾਡਾ ਇਕੱਠਾ ਹੁੰਦਾ, ਕੋਈ ਗੱਲ ਨਹੀਂ, ਵਿਚਾਰ ਸਭ ਦੇ ਸੁਣੇ ਨੇ, ਜੋ ਸਵਾਲ ਸੀ ਅਸੀਂ ਕੀਤੇ ਨੇ, ਬਾਕੀ ਤੁਸੀਂ ਦੇਖ ਹੀ ਲਿਆ ਪਿੰਡ ਦਾ। ਕਾਰਨ ਕੀ ਰਹਿੰਦਾ? ਕਈ ਪੋਲਿੰਗ ਬੂਥਾਂ 'ਤੇ ਤਾਂ ਗੋਲੀ ਵੀ ਚੱਲ ਜਾਂਦੀ ਹੁੰਦੀ ਆ,
ਉਹਦਾ ਕੀ ਕਾਰਨ ਹੁੰਦਾ ਇਹ? ਨਹੀਂ ਕਾਰਨ ਪਤਾ ਕੀ ਹੁੰਦਾ, ਉਹ ਪਾਰਟੀਬਾਜ਼ੀਆਂ ਹੁੰਦੀਆਂ ਨੇ ਪਿੰਡਾਂ 'ਚ, ਵੱਡੇ ਪਿੰਡਾਂ 'ਚ ਹੋ ਜਾਂਦਾ। ਸਾਡਾ ਤਾਂ ਪਿੰਡ ਹੀ ਛੋਟਾ, ਸਾਡੇ ਭਾਈ ਜੀ ਤਾਂ ਪਾਰਟੀਬਾਜ਼ੀ ਖਤਮ ਕਰਨੀ ਸਭ ਤੋਂ ਵੱਡੀ ਪਹਿਲ ਕਦਮੀ ਤੁਹਾਡੇ, ਤੁਸੀਂ ਵਧਾਈ ਦੇ ਪਾਤਰ ਨੂੰ, ਤੁਹਾਡਾ ਪਿੰਡ ਵਧਾਈ ਦਾ ਪਾਤਰ ਹੈ ਕਿ ਤੁਸੀਂ ਪਾਰਟੀਬਾਜ਼ੀ ਖਤਮ ਕਰ ਰਹੇ ਹੋ, ਹਨਾ। ਤੇ ਇੱਕ ਮੇਰੇ ਸਵਾਲ ਆ ਰਿਹਾ ਮਨ 'ਚ, ਚਲੋ ਸਵਾਲ ਵੀ ਕੀ ਹੈ, ਮੇਰੇ ਮਨ 'ਚ ਵਿਚਾਰ ਆ ਰਿਹਾ ਹੈ ਵੀ ਇਹ ਤਾਂ ਚਲੋ ਉੱਪਰਲੇ ਪੱਧਰ ਤੇ ਆ ਗਏ, ਚ ਇੰਨਾ ਜ਼ੋਰ ਨਹੀਂ ਲੱਗਦਾ ਪਿੰਡਾਂ ਤੇ, ਵੱਡੇ ਪਿੰਡਾਂ 'ਚ ਤਾਂ ਹੋ ਜਾਂਦਾ। ਸਾਡਾ ਪਿੰਡ ਛੋਟਾ ਹੈ, ਅੱਜ ਤੱਕ ਕਦੇ ਸਰਪੰਚੀ ਵੇਲੇ ਵੀ ਲੜਾਈ ਨਹੀਂ ਹੋਈ ਸਾਡੇ ਪਿੰਡ 'ਚ, ਅੱਜ ਤੱਕ ਤੂੰ ਮੈਂ ਨਹੀਂ ਹੋਈ। ਅਸੀਂ ਇੱਕੋ ਬੈਂਚ ਤੇ ਬਹਿਨੇ ਆ ਸਾਰਾ ਪਿੰਡ। ਹੁਣ ਸਾਡੇ ਪੋਲਿੰਗ ਏਜੰਟ ਵੀ ਇੱਕ ਬੈਠਾ ਹੈ, ਹਾਂ, ਕੋਈ ਕਿਸੇ ਮੰਨ ਲਓ ਇੱਕ ਕੈਂਡੀਡੇਟ ਦਾ ਬਿਠਾਇਆ ਹੋਇਆ ਨਹੀਂ ਬੈਠਿਆ, ਸਾਰਿਆਂ ਦਾ ਸਾਂਝਾ ਇੱਕੋ ਹੀ ਬੈਠਾ ਹੈ, ਜਾ ਕੇ ਦੇਖ ਲਓ। ਹਾਂ, ਤੇ ਇਹ ਤਸਵੀਰਾਂ ਦਿਖਾ ਦਿਓ ਇੱਕ ਵਾਰ ਪੋਲਿੰਗ ਬੂਥ ਦੀਆਂ ਉੱਪਰ ਦੀਆਂ। ਚਲੋ ਬਾਹਰ ਇਹਨਾਂ ਨੇ ਟੈਂਟ ਇਕੱਠਾ ਕਰਕੇ ਦਿਖਾਤਾ ਨਾ, ਸਾਡੇ ਅੰਦਰ ਵੀ ਜਾ ਕੇ ਦੇਖ ਲਓ, ਕੈਂਡੀਡੇਟ ਜਿਹੜਾ ਪੋਲਿੰਗ ਏਜੰਟ ਹੁੰਦਾ ਹੈ ਉਹ ਇੱਕੋ ਹੀ ਬੈਠਾ ਹੈ, ਇੱਕੋ ਹੀ ਵੋਟਰ ਸੂਚੀ ਚੱਲ ਰਹੀ ਹੈ, ਸਾਰਾ ਪਿੰਡ ਵੋਟ ਪਾ ਕੇ ਆ ਰਿਹਾ, ਕੋਈ ਟੈਨਸ਼ਨ ਨਹੀਂ ਕਿਸੇ ਪ੍ਰਕਾਰ ਦੀ। ਹਾਂ, ਤੁਹਾਡੇ ਪਿੰਡ 'ਚ ਵੀ ਪਾਰਟੀਬਾਜ਼ੀ ਹੈਗੀਆਂ ਨੇ ਜਾਂ ਨਹੀਂ? ਨਹੀਂ ਸਾਡੇ ਪਿੰਡ 'ਚ ਕੋਈ ਪਾਰਟੀਬਾਜ਼ੀ ਨਹੀਂ, ਕੋਈ ਪਾਰਟੀਬਾਜ਼ੀ ਨਹੀਂ। ਚਲੋ ਵੋਟਾਂ ਹੁੰਦੀਆਂ ਨੇ, ਕਿਸੇ ਨੇ ਕਿਸੇ ਨੂੰ ਪਾਉਣੀਆਂ, ਕਿਸੇ ਨੇ ਕਿਸੇ ਨੂੰ ਪਾਉਣੀਆਂ, ਉਹ ਆਪਦਾ ਦਿਲ ਹੈ ਨਾ। ਵੋਟ ਦਾ ਜੀ ਸਭ ਦਾ ਅਧਿਕਾਰ ਹੈ ਨਾ, ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਰਿਹਾ ਵੀ ਫਲਾਣੇ ਨੂੰ ਪਾਓ, ਉਹ ਆਪਦਾ ਅਧਿਕਾਰ ਹੈ, ਉਹ ਅਗਲਾ ਨੂੰ ਇਸਤੇਮਾਲ ਕਰਨ ਦਿਓ। ਅੱਛਾ, ਜਦੋਂ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ ਤੇ ਉਦੋਂ ਤਾਂ ਦੋ ਧੜਿਆਂ 'ਚ ਪਿੰਡ ਹੁੰਦਾ ਹੋਊਗਾ ਕਿ ਇਧਰਲੇ ਸਾਡੇ ਵਾਲੇ ਪਾਸੇ ਦੇ ਨੇ ਇਹ ਸਰਪੰਚ, ਦੂਜੀ ਧਿਰ ਵਾਲਾ ਸਰਪੰਚ ਕਹਿੰਦਾ ਉਹ ਸਾਡੇ ਵਾਲੇ ਪਾਸੇ ਦੇ ਨੇ। ਨਹੀਂ ਬਟ ਸਾਡੇ ਨਹੀਂ ਇੰਨਾ ਹੁੰਦਾ ਜੀ, ਟੈਂਟ ਜ਼ਰੂਰ ਦੋ ਲੱਗੇ ਹੁੰਦੇ ਨੇ, ਬਟ ਇੱਧਰਲੇ ਉੱਧਰ ਚਲੇ ਜਾਂਦੇ ਨੇ, ਉੱਧਰ ਇੱਧਰ ਆ ਜਾਂਦੇ ਨੇ, ਕੋਈ ਚੱਕਰ ਨਹੀਂ ਹੁੰਦਾ। ਸਰਪੰਚੀ ਵੇਲੇ ਵੀ ਤੁਹਾਨੂੰ ਬੁਲਾਵਾਂਗੇ, ਦਿਖਾਵਾਂਗੇ ਤੁਹਾਨੂੰ ਵੀ ਇੱਕ ਲੰਗਰ ਤੇ ਵੀ ਜਾ ਕੇ ਆਏ ਹੋਗੇ ਤਾਂ ਦੇਖ ਲਓ, ਉੱਥੇ ਕੋਈ ਪੁਲਿਸ ਮੁਲਾਜ਼ਮ ਖੜਾ ਹੈ ਕੋਈ, ਤੁਸੀਂ ਜਾ ਕੇ ਆਏ ਹੋਗੇ। ਬਾਕੀ ਮੈਂ ਕਮਾਲਪੁਰ ਵੀ ਜਾ ਕੇ ਆਇਆ, ਮੈਂ ਵੀ ਜਾ ਕੇ ਆਇਆ ਸਵੇਰੇ ਮਾਰਨਿੰਗ, ਤੇ ਉੱਥੇ ਮੈਂ ਜਿੱਥੇ ਪੋਲਿੰਗ ਬੂਥ ਲੱਗੇ ਹੋਏ ਨੇ ਉੱਥੇ ਤਿੰਨ ਚਾਰ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਵੀ ਕਿਤੇ ਕੋਈ ਝਗੜਾ ਵਗੈਰਾ ਨਾ ਹੋ ਜੇ। ਦੇਖ ਲਓ ਉੱਥੇ ਕੋਈ ਹੈ ਨੇੜੇ ਤੇੜੇ ਤੁਹਾਡੇ ਕੋਲ, ਠੀਕ ਹੈ। ਇਹ ਸਾਡਾ ਇੱਕ ਸਾਂਝਾ ਉਹ ਸਾਡਾ ਦੇਖੋ ਲੰਗਰ ਤਿਆਰ ਹੋ ਰਿਹਾ ਜੀ, ਸਾਰਾ ਸਭ ਦਾ ਸਾਂਝਾ ਇਕੱਠਾ ਜੀ। ਹਾਂ ਹਾਂ, ਆਓ ਤੇ ਛਕੋ, ਵੋਟ ਪਾਓ, ਜਾਓ। ਕਿਆ ਬਾਤ ਹੈ, ਇਹ ਇੱਕ ਬਹੁਤ ਵੱਖਰੀ ਪਹਿਲ ਬਾਈ ਨੇ ਹੁਣ ਦੱਸੀ ਹੈ ਮੈਨੂੰ। ਦਿਖਾ ਦਿਓ ਕਿ ਉੱਥੇ ਲੰਗਰ ਤਿਆਰ ਹੋ ਰਿਹਾ, ਜਿਹੜਾ ਵੀ ਕੋਈ ਵੀ ਪਾਰਟੀ ਦਾ ਆਉਂਦਾ, ਕੋਈ ਵੀ ਧਰਮ ਜਾਂ ਜਾਤੀ ਦਾ ਆਉਂਦਾ, ਐਸਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਕਹਿੰਦੇ ਇੱਕ ਪੰਕਤ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਲੰਗਰ ਛਕਾਇਆ ਜਾਂਦਾ ਤੇ ਫਿਰ ਵੋਟ ਪਵਾਈ ਜਾਂਦੀ ਆ। ਬਈ ਇਹ ਵਿਚਾਰ ਕਿੱਥੋਂ ਆਇਆ ਕਿ ਲੰਗਰ ਵੀ ਲਾ ਦਿੱਤਾ ਜਾਵੇ, ਕੋਈ ਵੀ ਪਾਰਟੀ ਦਾ ਆਵੇ ਇੱਥੋਂ ਲੰਗਰ ਛਕ ਕੇ ਤੇ ਫਿਰ ਵੋਟ ਪਾਉਣ ਜਾਵੇ? ਬਸ ਮੇਰੇ ਫਾਦਰ ਸਾਹਿਬ ਦੀ ਸੋਚਦੀ ਹੈ। ਹਾਂਜੀ ਹਾਂ, ਲੱਗਦਾ ਬਾਈ ਕਿ ਜਿਵੇਂ ਤੁਸੀਂ ਨੌਜਵਾਨ ਹੋ, ਨੌਜਵਾਨ ਸਰਪੰਚ ਦੀ ਇੱਕ ਸੋਚ ਵੱਖਰੀ ਜੀ ਹੈ ਕਿ ਜੇਕਰ ਨੌਜਵਾਨ ਅੱਗੇ ਆਉਣ ਤੁਹਾਡੇ ਵਰਗੇ ਹੋਰ, ਤਾਂ ਸਾਰੇ ਪਿੰਡਾਂ 'ਚੋਂ ਜਿਹੜਾ ਵਿਰੋਧ ਹੈ ਉਹ ਖਤਮ ਹੋ ਸਕੇ, ਇੱਕ ਦੂਜੇ ਨਾਲ ਜਿਹੜਾ ਅਸੀਂ ਪਾੜਦੇ ਹਾਂ ਉਹ ਚੀਜ਼ ਖਤਮ ਹੋ ਜਾਂਦੀ ਹੈ ਜੇਕਰ ਤੁਹਾਡੇ ਵਰਗੇ ਨੌਜਵਾਨ ਅੱਗੇ ਆਉਣ। ਬਿਲਕੁਲ ਜੀ, ਜਿੰਨਾ ਟਾਈਮ ਨਵੀਂ ਪੀੜ੍ਹੀ, ਨਵੇਂ ਮੁੰਡੇ ਮਤਲਬ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ, ਅੱਗੇ ਨਹੀਂ ਆਉਂਦੇ, ਉਹਨਾਂ ਟਾਈਮ ਮੈਨੂੰ ਨਹੀਂ ਲੱਗਦਾ ਵੀ ਚੇਂਜ ਹੋਊਗਾ। ਇਹ ਚੇਂਜ ਕਰਨ ਵਾਸਤੇ ਨਵੀਂ ਸੋਚ ਵਾਲੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ, ਨਵੇਂ ਮੁੰਡੇ ਨੂੰ ਅੱਗੇ ਆਉਣਾ ਚਾਹੀਦਾ, ਤਦ ਹੀ ਚੇਂਜ ਹੋ ਸਕਦਾ ਹੈ। ਹਾਂਜੀ। ਤੇ ਬਈ ਸਿਆਸੀ ਪਾਰਟੀਆਂ ਕਿੰਨੀਆਂ ਕੁ ਤੁਹਾਡੇ ਤੱਕ ਪਹੁੰਚ ਕਰਦੀਆਂ ਨੇ ਕਿ ਉੱਥੇ ਮੈਂ ਬੋਰਡ ਦੇਖਿਆ ਕਿਸਾਨ ਯੂਨੀਅਨ ਦਾ ਲਾਇਆ ਹੋਇਆ ਤੁਸੀਂ ਕਿ ਸਾਡੇ ਪਿੰਡ 'ਚ ਪਹਿਲਾਂ ਤਾਂ ਲੱਗਿਆ ਹੋਇਆ ਮੇਰੇ ਖਿਆਲ ਨਾਲ ਕਿ ਕੋਈ ਰਾਜਨੀਤਿਕ ਲੀਡਰ ਨਾ ਆਵੇ, ਤੇ ਹਾਂ ਉਦੋਂ ਤੱਕ ਕਿੰਨੀ ਕੁ ਪਹੁੰਚ ਤੁਹਾਡੇ ਤੱਕ ਬਣੀ ਸੀ ਕਿ ਸਾਡਾ ਫੇਰਾ ਪਵਾਓ ਜੀ ਪਿੰਡ 'ਚ ਵੋਟਾਂ ਆ ਗਈਆਂ? ਸਾਰੇ ਆਏ ਸੀ, ਤਕਰੀਬਨ ਸਾਰੇ ਆਉਂਦੇ ਨੇ ਜੀ ਸਭ। ਹਾਂਜੀ, ਸਰਪੰਚ ਤੱਕ ਤਾਂ ਸਾਰੀ ਅਪਰੋਚ ਕਰਦੇ ਨੇ। ਹਾਂਜੀ ਹਾਂ। ਫਿਰ ਪਿੰਡ ਵਾਲਿਆਂ ਦਾ ਕੀ ਫੈਸਲਾ ਸੀ ਉਦੋਂ? ਵੀ ਸਾਰਿਆਂ ਨੂੰ ਵੈਲਕਮ ਕਹੋ, ਕੋਈ ਗੱਲ ਨਹੀਂ ਜੀ, ਹਾਂ ਆ ਕੇ ਉਹਨਾਂ ਦੇ ਵਿਚਾਰ ਸੁਣੋ। ਸੋ ਨਿਰਣਾ ਤਾਂ ਲੋਕਾਂ ਨੇ ਕਰਨਾ ਵੀ ਕਿਹਨੂੰ ਪਾਉਣੀ ਹੈ। ਅੱਛਾ, ਜਦੋਂ ਪਿੰਡ 'ਚ ਕੋਈ ਲੀਡਰ ਆਉਂਦਾ ਹੋਊਗਾ, ਪਿੱਛੇ ਚੋਣ ਪ੍ਰਚਾਰ ਵੇਲੇ ਇਕੱਠ ਹੁੰਦਾ ਹੋਊਗਾ, ਉਦੋਂ ਸਾਰਾ ਪਿੰਡ ਹੀ ਆ ਜਾਂਦਾ ਸੀ ਜਾਂ ਇਕੱਲੀ ਉਹ ਪਾਰਟੀ ਵਾਲੀ ਆਉਂਦੇ ਸੀ? ਹਾਂਜੀ, ਜਿਹੜੇ ਹੁੰਦੇ ਸੀ ਵੀ ਘਰ ਹੁੰਦੇ ਸੀ, ਲੋਕ ਆ ਜਾਂਦੇ ਸੀ, ਸਾਰੇ ਆ ਜਾਂਦੇ ਸੀ ਜੀ, ਅੱਛਾ। ਸਭ ਦੇ ਵਿਚਾਰ ਸੁਣਦੇ ਸੀ। ਹਾਂਜੀ। ਤੇ ਇਹ ਇੱਕ ਵੱਖਰਾ ਜਿਹਾ ਸੁਨੇਹਾ ਪਿੰਡ ਦੇ ਵਿੱਚ ਬਾਈ ਹੋਰੀ ਮੈਨੂੰ ਦੱਸ ਰਿਹਾ ਕਿ ਕੋਈ ਵੀ ਪਾਰਟੀ ਦਾ ਰਾਜਨੀਤਿਕ ਲੀਡਰ ਆਉਂਦਾ ਤਾਂ ਸਾਡਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਕੋਈ ਇਹ ਨਹੀਂ ਹੈਗਾ ਕਿ ਇਹ ਅਕਾਲੀ ਦਲ ਦਾ ਲੀਡਰ ਹੈ, ਕੋਈ ਇਹ ਨਹੀਂ ਹੈਗਾ ਝਾੜੂ ਵਾਲਿਆਂ ਦਾ, ਕੋਈ ਇਹ ਨਹੀਂ ਹੈਗਾ ਕਾਂਗਰਸ ਦਾ। ਤੇ ਅਸੀਂ ਰਾਜਨੀਤਿਕ ਲੀਡਰਾਂ ਦੀ ਨੀਤੀ ਨੂੰ ਨਹੀਂ ਸਮਝਦੇ, ਅਸੀਂ ਆਪਣੇ ਵਿਕਾਸ ਨੂੰ ਸਮਝਦੇ ਹਾਂ। ਬਾਈ ਜੀ ਪਿੰਡ ਵਾਲੇ ਵਿਕਾਸ ਨੂੰ ਸਮਝਦੇ ਆ ਕਿ ਕਿਹੜੀ ਪਾਰਟੀ ਨੂੰ ਵਿਕਾਸ ਵੋਟ ਪਾਵਾਂਗੇ ਤੇ ਵਿਕਾਸ ਵਧੀਆ ਹੋਊਗਾ, ਜਾਂ ਲੋਕ ਜਿਵੇਂ ਤੁਸੀਂ ਆਖਿਆ ਕਿ ਸਾਡੇ ਪਿੰਡ ਦੇ ਬਹੁਤ ਲੋਕ ਰਾਜਨੀਤਿਕ ਪੱਧਰ ਤੋਂ ਉੱਪਰਲੇ ਲੈਵਲ ਤੇ ਨੇ? ਮੇਰੇ ਖਿਆਲ 'ਚ ਹੀ ਨਾ ਐਕਚੁਅਲ ਦੇ ਵਿੱਚ ਪਾਰਟੀ ਮੈਟਰ ਨਹੀਂ ਕਰਦੀ, ਬੰਦਾ ਮੈਟਰ ਕਰਦਾ ਹੈ। ਸੋ ਪਿੰਡ ਲੋਕ ਵੀ ਜਿਵੇਂ ਪਿੰਡ ਦਾ ਸਰਪੰਚ ਚੁਣਦੇ ਨੇ, ਉਹ ਵੀ ਬੰਦਾ ਦੇਖ ਕੇ, ਜੇ ਆਪਾਂ ਨੇ ਹੁਣ ਵੀ ਵੋਟ ਪਾਉਣੀ ਹੈ ਤਾਂ ਪਾਰਟੀ ਨਾ ਦੇਖੋ, ਬੰਦਾ ਦੇਖੋ। ਸੋ ਇਹ ਸੁਨੇਹਾ ਤੁਸੀਂ ਲੋਕਾਂ ਤੱਕ ਪਹੁੰਚਾਇਆ ਆਪਦੇ ਪਿੰਡ ਦੇ ਤੱਕ? ਹਾਂਜੀ ਹਾਂਜੀ, ਸਾਰੇ ਤਾਂ ਹੀ ਮਤਲਬ ਉਹੀ ਗੱਲ ਹੈ ਵੀ ਲੋਕ ਬੰਦੇ ਨੂੰ ਦੇਖ ਕੇ ਹੀ ਵੋਟ ਕਰਦੇ ਨੇ। ਮੈਨੂੰ ਲੱਗਦਾ ਵੀ ਹੁਣ ਪਾਰਟੀ ਨਹੀਂ ਕੋਈ ਦੇਖਦਾ, ਬੰਦਾ ਦੇਖਦਾ ਵੀ ਕੈਂਡੀਡੇਟ ਕਿਹੋ ਜਿਹਾ, ਉਹਦਾ ਚਰਿੱਤਰ ਦੇਖਦੇ ਨੇ ਵੀ ਕਿਵੇਂ ਦਾ ਬੰਦਾ। ਹਾਂਜੀ। ਕਿਵੇਂ ਦਾ ਹੌਸਲਾ ਤੇ ਲੋਕਾਂ ਦੇ ਵੱਲੋਂ ਸਹਿਯੋਗ ਮਿਲ ਰਿਹਾ ਤੁਹਾਨੂੰ? ਇੱਕ ਨਵੀਂ ਪਹਿਲ ਇਹ ਸਾਲ ਕੀਤੀ ਹੈ। ਹਾਂਜੀ, ਬਹੁਤ ਵਧੀਆ ਲੱਗ ਰਿਹਾ। ਦੇਖੋ ਸਾਰੇ ਇਕੱਠੇ ਖੜੇ ਨੇ, ਸਾਰੇ ਆਏ ਨੇ, ਸਾਰੀਆਂ ਮਤਲਬ ਇਕੱਠੇ ਹੋਏ ਨੇ ਤੇ ਇਕੱਠੇ ਲੰਗਰ ਛਕਣਗੇ, ਸਾਰਾ ਵਧੀਆ। ਪਹਿਲਾਂ ਕੀ ਮਾਹੌਲ ਹੁੰਦਾ ਸੀ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ? ਪਹਿਲਾਂ ਦਾ ਮਾਹੌਲ ਕੀ? ਠੀਕ ਹੈ, ਤਕਰੀਬਨ ਸਾਡੇ ਪਿੰਡ ਕੋਈ ਐਡੀ ਗੱਲ ਨਹੀਂ ਹੁੰਦੀ ਜੀ, ਨੋਰਮਲ ਹੁੰਦਾ ਸਾਡੇ। ਹਾਂ, ਅਲੱਗ ਲੱਗਦੇ ਸੀ ਜੀ, ਪਹਿਲਾਂ ਲੱਗ 3-4 ਟੈਂਟ ਲੱਗਦੇ ਸੀ, ਹੁਣ ਅਸੀਂ ਇਕੱਠਾ ਕਰਤਾ, ਸਾਰੇ ਇਕੱਠੇ ਹੋ ਗਏ। ਹਾਂਜੀ।
ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਇੱਕ ਵੱਖਰਾ ਜਿਹਾ ਉਪਰਾਲਾ ਪਿੰਡ ਵਾਲਿਆਂ ਦੇ ਵੱਲੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮਕਸਦ ਇਹੀ ਸੀ ਕਿ ਦੇਸ਼ ਦੁਨੀਆ ਦੇ ਵਿੱਚ ਇਹ ਸੁਨੇਹਾ ਜਾ ਸਕੇ ਕਿ ਅਸੀਂ ਆਪਣੇ ਪਿੰਡ ਨੂੰ ਰਾਜਨੀਤਿਕ ਲੀਡਰਾਂ ਦੇ ਪਿੱਛੇ ਲੱਗ ਕੇ ਨਾ ਪਾੜੀਏ, ਅਲੱਗ-ਅਲੱਗ ਪੋਲਿੰਗ ਬੂਥ ਨਾ ਲਾਈਏ। ਕਈ ਪੋਲਿੰਗ ਬੂਥ ਇਹੋ ਜਿਹੇ ਵੀ ਹੁੰਦੇ ਆ ਪਿੰਡਾਂ ਦੇ ਵਿੱਚ ਜਿੱਥੇ ਇੱਕ ਧਿਰ ਦੀ ਦੂਜੀ ਧਿਰ ਨਾਲ ਲੜਾਈ ਹੋ ਜਾਂਦੀ ਹੈ ਤੇ ਪਰ ਇਹ ਪਿੰਡ ਦੇ ਵਿੱਚ ਐਸਾ ਕੁਝ ਨਹੀਂ। ਬਾਈ ਹੋਰੀ ਦੱਸਦੇ ਆ ਕਿ ਜਦੋਂ ਸਾਡੇ ਪਿੰਡ ਸਰਪੰਚ ਵੀ ਚੁਣਦੇ ਆ ਨਾ ਤਾਂ ਉਦੋਂ ਵੀ ਸਾਡੇ ਪਿੰਡ 21 ਬੂਥ ਲੱਗਦਾ ਜਦੋਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਤੇ ਜਦੋਂ ਕੋਈ ਵੀ ਲੀਡਰ ਆਉਂਦਾ ਹੈ ਤਾਂ ਅਸੀਂ ਸਾਰਾ ਪਿੰਡ ਉਹਨੂੰ ਸੁਣਨ ਲਈ ਜਾਂਦੇ ਹਾਂ। ਕੋਈ ਵੀ ਪਾਰਟੀ ਹੋਵੇ, ਅਸੀਂ ਵਿਚਾਰਧਾਰਾ ਕਿਸੇ ਵੀ ਪਾਰਟੀ ਦੀ ਨਾਲ ਨਹੀਂ ਜੁੜੇ ਹੋਏ। ਅਸੀਂ ਦੇਖਦੇ ਹਾਂ ਤਾਂ ਸਿਰਫ ਔਰ ਸਿਰਫ ਚਿਹਰਾ ਦੇਖਦੇ ਹਾਂ ਕਿ ਕਿਹੜਾ ਵਧੀਆ ਕੰਮ ਕਰ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ। ਅੱਜ ਇੱਕ ਪੰਜਾਬ ਦੇ ਐਸੇ ਪਿੰਡ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਕੋਈ ਵੀ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਨਹੀਂ ਲੱਗਦੇ। ਸਾਰਾ ਪਿੰਡ ਇਕਮੁੱਠ ਹੋ ਕੇ ਬੂਥ ਦੇ ਉੱਤੇ ਬਹਿੰਦਾ ਹੈ। ਕਿਸੇ ਵੀ ਪਾਰਟੀ ਦਾ ਕੋਈ ਸਪੈਸ਼ਲ ਪੋਲਿੰਗ ਬੂਥ ਨਹੀਂ ਲੱਗਦਾ। ਤਸਵੀਰਾਂ ਦੇਖ ਸਕਦੇ ਹੋ ਕਿ ਸਾਰੇ ਪਾਰਟੀਆਂ ਦੇ ਬੈਨਰ ਤਾਂ ਲੱਗੇ ਹੋਏ ਹੈ ਪਰ ਸਾਰਾ ਪਿੰਡ ਇਕਜੁੱਟਤਾ ਦੇ ਵਿੱਚ ਹੈ। ਕਾਰਨ ਕੀ ਹੈ ਇਹਦੇ ਪਿੱਛੇ ਦਾ ਕਿ ਕਈ ਬੂਥਾਂ ਦੇ ਵਿੱਚ ਤਾਂ ਅਸੀਂ ਪਿੰਡਾਂ ਦੇ ਵਿੱਚ ਦੇਖਿਆ ਕਿ ਲੜਾਈਆਂ ਹੋ ਜਾਂਦੀਆਂ ਨੇ ਇੱਕ ਪਾਰਟੀ ਦੀ ਦੂਜੇ ਪਾਰਟੀ ਦੇ ਬੂਥ ਨਾਲ, ਪਰ ਇਹ ਪਿੰਡ ਦੇ ਵਿੱਚ ਐਸਾ ਕੁਝ ਦੇਖਣ ਨੂੰ ਨਹੀਂ ਮਿਲਦਾ। ਇਹ ਪਿੰਡ ਸੂਲਰ ਜ਼ਿਲ੍ਹਾ ਸੰਗਰੂਰ ਤੇ ਹਲਕਾ ਦਿੜਬਾ ਦਾ ਪਿੰਡ ਹੈ। ਇਹ ਗੱਲਬਾਤ ਕਰ ਲੈਣੇ ਸਰਪੰਚ ਸਾਹਿਬ ਨਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵੀਰੇ, ਸਤਿ ਸ਼੍ਰੀ ਅਕਾਲ। ਕੀ ਕਾਰਨ ਹੈ ਕਿ ਇਸ ਪਿੰਡ ਦੇ ਵਿੱਚ ਵੱਖਰੇ ਵੱਖਰੇ ਬੂਥ ਦੇਖਣ ਨੂੰ ਨਹੀਂ ਮਿਲਦੇ? ਇੰਨੀ ਇਕਜੁੱਟਤਾ ਕਿਵੇਂ ਹੈ? ਇਹ ਬਾਈ ਜੀ ਇਕਜੁੱਟਤਾ ਦਾ ਪ੍ਰਤੀਕ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਮਤਲਬ ਆਪਾਂ ਨੂੰ ਹੁਣ 70 ਸਾਲ ਹੋ ਗਏ, ਆਪਾਂ ਮਤਲਬ ਆਪਸ 'ਚ ਲੜਦੇ ਭਿੜਦੇ ਪਾਰਟੀਆਂ ਦਾ ਮਤਲਬ ਕੁਝ ਨਹੀਂ ਜਾਂਦਾ ਹੈ ਨਾ। ਸੋ ਇਹ ਹੈ ਵੀ ਸਾਰੇ ਇੱਕ ਮੰਚ 'ਤੇ ਇਕੱਠੇ ਹੋਈਏ ਵੀ ਵੋਟ ਦੇਖੋ ਸਭ ਨੂੰ ਹੱਕ ਹੈ ਆਪਦੀ ਵੋਟ ਦਾ, ਵੀ ਕੋਈ ਕਿਤੇ ਮਰਜ਼ੀ ਪਾਓ, ਕੋਈ ਚੱਕਰ ਨਹੀਂ। ਬਟ ਆਪਾਂ ਨੇ ਇੱਕ ਰਹਿਣਾ। ਵੋਟਾਂ ਤਾਂ ਜਾਂਦੀਆਂ ਆਉਂਦੀਆਂ ਰਹਿੰਦੇ ਨੇ 5 ਸਾਲ ਬਾਅਦ, ਕੋਈ ਆ ਗਿਆ ਕਦੇ ਕੋਈ ਚਲਾ ਗਿਆ, ਬਟ ਆਪਾਂ ਨੇ ਪਿੰਡ ਨੂੰ ਇੱਕ ਮੰਚ 'ਤੇ ਖੜਾ ਕਰਨਾ ਹੈ, ਇਕੱਠੇ ਰਹਿਣਾ ਜੀ। ਹਾਂਜੀ, ਪਹਿਲਾਂ ਵੀ ਜਦੋਂ ਕੋਈ ਸਿਆਸੀ ਲੀਡਰ ਆਉਂਦਾ ਜਿਵੇਂ ਇਹ ਹੁੰਦਾ ਕਿ ਪਿੰਡ ਵਾਲੇ ਧੜਿਆਂ 'ਚ ਵੰਡਿਆ ਹੁੰਦਾ ਪਿੰਡ, ਇਹ ਪਿੰਡ ਦੇ ਵਿੱਚ ਵੀ ਐਸੀ ਗੱਲਬਾਤ ਹੈਗੀ ਕਿਉਂਕਿ ਧੜਿਆਂ ਦੇ ਵਿੱਚ ਵੰਡਿਆ ਹੋਵੇ? ਨਹੀਂ ਜੀ, ਬਿਲਕੁਲ। ਸਾਡੇ ਸਰਪੰਚ ਹੋਣ ਦੇ ਨਾਲ ਸਾਡੇ ਕੋਲ ਹਰ ਇੱਕ ਬੰਦਾ ਕੈਂਡੀਡੇਟ ਅਪਰੋਚ ਕਰਦਾ ਹੈ, ਬਟ ਅਸੀਂ ਸਾਰਿਆਂ ਨੂੰ ਆਦਰ ਸਨਮਾਨ ਦਿੰਦੇ ਹਾਂ, ਸਭ ਦਾ ਵੈਲਕਮ ਕਰਦੇ ਹਾਂ ਵੀ ਹਾਂਜੀ ਤੁਸੀਂ ਆਓ, ਕੋਈ ਗੱਲ ਨਹੀਂ। ਵੋਟਾਂ ਮੰਗਣਾ ਕਿਉਂਕਿ ਹੱਕ ਹੈ ਨਾ ਉਹਨਾਂ ਦਾ, ਸਾਡੇ ਕੋਲ ਆਉਂਦੇ ਨੇ ਤੇ ਸਭ ਨੂੰ ਅਸੀਂ ਰਿਸਪੈਕਟ ਦਿੰਦੇ ਹਾਂ। ਹਾਂਜੀ ਭਾਈ, ਜੇ ਆਪਾਂ ਤੁਹਾਡੇ ਨਾਲ ਗੱਲ ਕਰੀਏ, ਜਦੋਂ ਇਹ ਸ਼ੁਰੂਆਤ ਕਦੋਂ ਹੁੰਦੀ ਹੈਗੀ ਕਿ ਅਸੀਂ ਇੱਕ ਸਾਂਝਾ ਬੂਥ ਲਾਉਣਾ ਪਿੰਡ ਦਾ, ਕੋਈ ਪਾਰਟੀ ਨਹੀਂ ਹੋਊ, ਕੋਈ ਸਿਆਸੀ ਪਾਰਟੀ ਦਾ ਅਲੱਗ ਬੂਥ ਨਹੀਂ ਲੱਗੂਗਾ, ਇਹ ਸ਼ੁਰੂਆਤ ਕਦੋਂ ਹੋਈ ਹੈ? ਇਹ ਇਸ ਸਾਲ ਹੀ ਸ਼ੁਰੂਆਤ ਹੋਈ ਹੈ ਜਾਂ ਪਹਿਲਾਂ ਦੀ ਹੋਈ ਹੈ? ਨਹੀਂ ਬਾਈ ਜੀ, ਇਸ ਸਾਲ ਪਹਿਲੀ ਵਾਰ ਹੋਇਆ ਇਹ। ਹਾਂ, ਤੇ ਅਸੀਂ ਪਰਸੋਂ ਇਹ ਵਿਚਾਰ ਕੀਤਾ ਸੀ ਸਰਪੰਚ ਸਾਹਿਬ ਕੋਲ ਬੈਠ ਕੇ ਵੀ ਆਪਾਂ ਨੇ ਪੋਲਿੰਗ ਬੂਥ ਅਲੱਗ-ਅਲੱਗ ਨਹੀਂ ਲਾਉਣੇ ਤੇ ਸਾਰੇ ਪਿੰਡ ਨੇ ਇੱਕ ਥਾਵੇਂ ਬੈਠਣਾ ਹੈ। ਚਲੋ ਜੋ ਬੈਠਦਾ ਬੈਠੋ, ਜਿਹਨੇ ਵੋਟ ਪਾ ਕੇ ਜਾਣਾ ਚਲੇ ਜਾਓ। ਤੇ ਕਿਸੇ ਨੂੰ ਸਾਡੇ ਪਿੰਡ 'ਚੋਂ ਕਿਸੇ ਨੇ ਵੋਟ ਨੂੰ ਨਹੀਂ ਕਿਹਾ, ਕਿਸੇ ਦੀ ਸਪੋਰਟ ਵਾਸਤੇ ਨਹੀਂ ਕਿਹਾ। ਜੋ ਵੀ ਕੈਂਡੀਡੇਟ ਆਏ ਨੇ ਸਾਡੇ ਸਰਪੰਚ ਸਾਹਿਬ ਕੋਲ ਆਉਂਦੇ ਨੇ ਤੇ ਸਾਰਾ ਪਿੰਡ ਇੱਕ ਬੈਂਚ ਦੀ ਆ, ਕੋਈ ਚਿੰਤਾ ਨਹੀਂ। ਬਾਈ ਜੀ, ਜੇ ਆਪਾਂ ਤੁਹਾਡੇ ਨਾਲ ਗੱਲ ਕਰ ਲਈਏ ਕਿ ਜਿਵੇਂ ਹੁਣ ਇਹਨਾਂ ਨੇ ਆਖਿਆ ਕਿ ਸਾਂਝਾ ਬੂਥ ਇੱਥੇ ਲੱਗਦਾ, ਕਦੇ ਹੁਣ ਜਿਵੇਂ ਅੱਜ ਇੱਥੇ ਬੈਠੇ ਹੋ ਤੁਸੀਂ ਤੇ ਇਹ ਤਾਂ ਨਹੀਂ ਹੈਗਾ ਕਿ ਦਫਾੜ ਹੋਇਆ ਪਿੰਡ ਕਿ ਕਿਸ ਤਰੀਕੇ ਨਾਲ ਅਣਬਣ ਹੋਵੇ, ਆਪਸ ਵਿੱਚ ਕੇ ਰਲ ਕੇ ਨਾ ਬਹਿੰਦੇ ਹੋਣ? ਨਹੀਂ ਨਹੀਂ, ਐਸਾ ਕੁਝ ਵੀ ਨਹੀਂ ਹੈ। ਦੇਖੋ, ਇਹ ਇੱਕ ਬਹੁਤ ਵੱਡਾ ਮੈਸੇਜ ਆਊਗਾ ਪੂਰੀ ਦੁਨੀਆ ਦੇ ਵਿੱਚ, ਠੀਕ ਹੈ। ਵੈਸੇ ਹੋਣਾ ਵੀ ਹਰ ਇੱਕ ਪਿੰਡ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਹੀ ਕੁਝ ਹੋਣਾ ਚਾਹੀਦਾ। ਵੋਟਾਂ ਤਾਂ ਹਰ ਸਾਲ ਆਉਂਦੀਆਂ, 5 ਸਾਲ ਬਾਅਦ ਆਉਂਦੀਆਂ ਜਾਂਦੀਆਂ ਨੇ, ਪਰ ਜੇ ਆਪਾਂ ਪਿੰਡ ਦੇ ਵਿੱਚ ਵੋਟਾਂ ਪਾਉਣ ਲੱਗੇ ਆਪ 'ਚ ਫੜ ਹੋ ਜਾਵਾਂਗੇ ਤਾਂ ਉਹ ਪਿੰਡ ਦਾ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਅਤੇ ਇਸ ਲਈ ਸਾਨੂੰ ਸਾਰਿਆਂ ਨੇ ਇਹ ਸਰਪੰਚ ਸਾਹਿਬ ਨਾਲ ਪਰਸੋਂ ਮਿਲ ਕੇ ਗੱਲਬਾਤ ਕਰੀ ਸੀ ਨੇ ਵੀ ਆਪਾਂ ਇੱਕ ਹੀ ਟੈਂਟ ਲਾਵਾਂਗੇ, ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਪਣਾ ਫਲੈਗ ਲੱਗ ਜੋ ਜਿਹਨੇ ਵੋਟ ਜਿਹਨੂੰ ਮਰਜ਼ੀ ਪਾਉਣੀ ਕਿਸੇ ਨੇ ਪਾਈ ਜਾਵੇ, ਬਸ ਇੱਕ ਹੀ ਤਰਾਂਗੇ। ਅੱਛਾ ਭਾਈ, ਇਹ ਵੀ ਗੱਲ ਹੁੰਦੀ ਹੈ ਕਿ ਝਾੜੂ ਵਾਲਾ ਵੀ ਇੱਥੇ ਹੀ ਬੈਠਾ ਹੈ ਤੇ ਜੇ ਕਾਂਗਰਸੀਆਂ ਦੀ ਗੱਲ ਕਰ ਲਈ ਉਹ ਵੀ ਇੱਥੇ ਬੈਠਾ, ਅਕਾਲੀ ਦਲ ਵਾਲੇ ਵੀ ਇੱਥੇ ਬੈਠੇ। ਲੱਗਦਾ ਹੈ ਕਿ ਇਹ ਚੀਜ਼ ਜਿਹੜੇ ਲੀਡਰ ਨੇ ਆਪਸ 'ਚ ਪੜਾ ਦਿੰਦੇ ਆ ਸਾਨੂੰ ਅਲੱਗ-ਅਲੱਗ ਧਰਮਾਂ ਦੇ ਨਾਂ 'ਤੇ, ਕੋਈ ਜਾਤੀ ਨਾਂ 'ਤੇ, ਉਹਨਾਂ ਤੱਕ ਇਹ ਬਹੁਤ ਵੱਡਾ ਸੁਨੇਹਾ ਪਹੁੰਚੂਗਾ ਤੁਹਾਡਾ? ਬਿਲਕੁਲ ਜੀ, ਬਿਲਕੁਲ। ਇਹ ਮਤਲਬ ਸਾਰੀ ਦੁਨੀਆ ਦੇ ਵਿੱਚ ਹੀ ਮੈਸੇਜ ਆਊਗਾ ਵੀ ਦੇਖੋ ਵੀ ਮਤਲਬ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਆਪਦਾ ਪਿੰਡ ਦੀ ਅਖੰਡਤਾ ਨਾ ਉਹ ਕਰੋ, ਅਲੱਗ ਨਾ ਹੋ, ਇਕੱਠੇ ਰਹੋ। ਇਹ ਮੈਸੇਜ ਜਾਊਗਾ ਜੀ ਸਾਰੀ ਦੁਨੀਆ ਦੇ ਵਿੱਚ। ਲੱਗਦਾ ਹੈ ਕਿ ਜਿਵੇਂ ਹੁਣ ਤੁਸੀਂ ਇੱਥੇ ਸਾਂਝਾ ਬੈਠੇ ਹੋ ਕਿ ਪਿੰਡ ਦੀ ਇਕਜੁੱਟਤਾ ਵੀ ਨਜ਼ਰ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਹੁਣ ਇਹ ਸੰਦੇਸ਼ ਸਾਰੀ ਦੇਸ਼ ਦੁਨੀਆ ਦੇ ਵਿੱਚ ਜਾਊਗਾ ਅਗਲੇ 5 ਸਾਲਾਂ ਨੂੰ ਫਿਰ ਲੋਕ ਇਸ ਤਰੀਕੇ ਨਾਲ ਹੀ ਤੁਹਾਡੀ ਰੀਸ ਕਰਕੇ ਆਪਣੇ ਪਿੰਡ ਦੇ ਵਿੱਚ ਇੱਕ ਸਾਂਝਾ ਬੂਥ ਲਾਉਣਗੇ? ਹਾਂਜੀ ਬਿਲਕੁਲ ਵੀਰੇ, ਇਹੀ ਰੀਤ ਚੱਲੂ ਅੱਗੇ। ਹਾਂਜੀ। ਤੇ ਬਾਈ ਜੀ, ਕਿਸੇ ਵੱਲੋਂ ਵਿਰੋਧ ਤਾਂ ਨਹੀਂ ਹੋਇਆ ਹੈਗਾ ਕਿ ਅਸੀਂ ਅਲੱਗ ਬੂਥ ਲਾਵਾਂਗੇ ਜੀ ਆਪਦਾ ਤੇ ਤੁਸੀਂ ਆਪਦਾ ਜਿਵੇਂ ਤੁਹਾਡੀ ਵਿਚਾਰਧਾਰਾ ਹੈਗੀ ਤੁਸੀਂ ਆਪਣੀ ਵਿਚਾਰਧਾਰਾ ਰੱਖੋ, ਕੋਈ ਐਸਾ ਵਿਰੋਧ ਹੋਇਆ ਹੋਵੇ? ਨਹੀਂ ਬਾਈ ਜੀ, ਹੋਰ ਗੱਲ ਹੈ ਵੀ ਚਲੋ ਪਹਿਲਾਂ ਹੁੰਦਾ ਹਰ ਇੱਕ ਨੂੰ, ਚਲੋ ਹੁੰਦੀਆਂ ਨੇ ਪਾਰਟੀਆਂ ਅਲੱਗ-ਅਲੱਗ ਨੇ, ਕੈਂਡੀਡੇਟ ਅਲੱਗ-ਅਲੱਗ ਨੇ, ਤੇ ਅਸੀਂ ਬੈਠ ਕੇ ਇਹ ਵਿਚਾਰ ਕੀਤਾ ਸੀ। ਅੱਛਾ, ਕਿੰਨੇ ਕੁ ਫਿਰ ਸਹਿਮਤ ਹੋਏ ਸੀ, ਕਿੰਨੇ ਕੁ ਸਹਿਮਤ ਨਹੀਂ? ਸਾਰਾ ਪਿੰਡ ਸਹਿਮਤ ਹੈ।
ਕੋਈ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਵੀ ਜਿਹੜਾ ਇਹ ਗੱਲ ਕਹਿੰਦਾ ਵੀ ਮੈਂ ਅਲੱਗ ਬੈਠਣਾ ਹੈ ਜਾਂ ਮੈਂ ਤੁਹਾਡੇ। ਵੈਸੇ ਤਾਂ ਸਾਡੇ ਪਿੰਡ 'ਚੋਂ ਤੁਸੀਂ ਹੁਣ ਸਾਰਾ ਨਗਰ ਹੀ ਖੜਾ ਹੈ, ਠੀਕ ਹੈ ਨਾ, ਕਿਸੇ ਦਾ ਇਹ ਨਹੀਂ ਪਤਾ ਵੀ ਕੌਣ ਕਿਹਨੂੰ ਵੋਟ ਪਾ ਰਿਹਾ। ਨਾ ਉਰੇ ਜਿੰਨੀ ਹੁਣ ਮੰਨ ਲਓ ਪਿੰਡ ਦੀ ਵੋਟ ਖੜੀ ਹੈ, ਕਿਸੇ ਦਾ ਇੱਕ ਦੂਜੇ ਨੂੰ ਨਹੀਂ ਪਤਾ ਵੀ ਕਿਹੜਾ ਕਿਹਨੂੰ ਵੋਟ ਪਾ ਰਿਹਾ, ਨਾ ਕਿਸੇ ਨੇ ਕਿਹਾ ਇੱਕ ਦੂਸਰੇ ਨੂੰ। ਜੋ ਵੀ ਕੈਂਡੀਡੇਟ ਆਏ ਨੇ ਸਾਰਾ ਪਿੰਡ ਸਾਡਾ ਇਕੱਠਾ ਹੁੰਦਾ, ਕੋਈ ਗੱਲ ਨਹੀਂ, ਵਿਚਾਰ ਸਭ ਦੇ ਸੁਣੇ ਨੇ, ਜੋ ਸਵਾਲ ਤੀ ਅਸੀਂ ਕੀਤੇ ਨੇ, ਬਾਕੀ ਤੁਸੀਂ ਦੇਖ ਹੀ ਲਿਆ ਪਿੰਡ ਦਾ। ਕਾਰਨ ਕੀ ਰਹਿੰਦਾ ਹੈ? ਕਈ ਪੋਲਿੰਗ ਬੂਥਾਂ ਤੇ ਤਾਂ ਗੋਲੀ ਵੀ ਚੱਲ ਜਾਂਦੀ ਹੁੰਦੀ ਆ, ਉਹਦਾ ਕੀ ਕਾਰਨ ਹੁੰਦਾ ਹੈ? ਨਹੀਂ ਕਾਰਨ ਪਤਾ ਕੀ ਹੁੰਦਾ, ਪਾਰਟੀਬਾਜ਼ੀਆਂ ਹੁੰਦੀਆਂ ਨੇ ਪਿੰਡਾਂ 'ਚ, ਵੱਡੇ ਪਿੰਡਾਂ 'ਚ ਹੋ ਜਾਂਦਾ। ਸਾਡਾ ਤਾਂ ਪਿੰਡ ਹੀ ਛੋਟਾ, ਸਾਡਾ ਭਾਈ ਤਾਂ ਪਾਰਟੀਬਾਜ਼ੀ ਖਤਮ ਕਰਨੀ ਸਭ ਤੋਂ ਵੱਡੀ ਪਹਿਲ ਕਦਮੀ ਤੁਹਾਡੇ, ਤੁਸੀਂ ਵਧਾਈ ਦੇ ਪਾਤਰ ਨੂੰ, ਤੁਹਾਡਾ ਪਿੰਡ ਵਧਾਈ ਦਾ ਪਾਤਰ ਹੈ ਕਿ ਤੁਸੀਂ ਪਾਰਟੀਬਾਜ਼ੀ ਖਤਮ ਕਰ ਰਹੇ ਹੋ, ਹਨਾ। ਤੇ ਇੱਕ ਮੇਰੇ ਸਵਾਲ ਆ ਰਿਹਾ ਮਨ 'ਚ, ਚਲੋ ਸਵਾਲ ਵੀ ਕੀ ਹੈ, ਮੇਰੇ ਮਨ 'ਚ ਵਿਚਾਰ ਆ ਰਿਹਾ ਹੈ ਵੀ ਇਹ ਤਾਂ ਚਲੋ ਉੱਪਰਲੇ ਪੱਧਰ ਤੇ ਆ ਗਏ, ਚ ਇੰਨਾ ਜ਼ੋਰ ਨਹੀਂ ਲੱਗਦਾ ਪਿੰਡਾਂ ਤੇ, ਵੱਡੇ ਪਿੰਡਾਂ 'ਚ ਤਾਂ ਹੋ ਜਾਂਦਾ। ਸਾਡਾ ਪਿੰਡ ਛੋਟਾ ਹੈ, ਅੱਜ ਤੱਕ ਕਦੇ ਸਰਪੰਚੀ ਵੇਲੇ ਵੀ ਲੜਾਈ ਨਹੀਂ ਹੋਈ ਸਾਡੇ ਪਿੰਡ 'ਚ, ਅੱਜ ਤੱਕ ਤੂੰ ਮੈਂ ਨਹੀਂ ਹੋਈ। ਅਸੀਂ ਇੱਕੋ ਬੈਂਚ ਤੇ ਬਹਿਨੇ ਆ ਸਾਰਾ ਪਿੰਡ। ਹੁਣ ਸਾਡੇ ਪੋਲਿੰਗ ਏਜੰਟ ਵੀ ਇੱਕ ਬੈਠਾ ਹੈ, ਹਾਂ, ਕੋਈ ਕਿਸੇ ਮੰਨ ਲਓ ਇੱਕ ਕੈਂਡੀਡੇਟ ਦਾ ਬਿਠਾਇਆ ਹੋਇਆ ਨਹੀਂ ਬੈਠਿਆ, ਸਾਰਿਆਂ ਦਾ ਸਾਂਝਾ ਇੱਕੋ ਹੀ ਬੈਠਾ ਹੈ, ਜਾ ਕੇ ਦੇਖ ਲਓ। ਹਾਂ, ਤੇ ਇਹ ਤਸਵੀਰਾਂ ਦਿਖਾ ਦਿਓ ਇੱਕ ਵਾਰ ਪੋਲਿੰਗ ਬੂਥ ਦੀਆਂ ਉੱਪਰ ਦੀਆਂ। ਚਲੋ ਬਾਹਰ ਇਹਨਾਂ ਨੇ ਟੈਂਟ ਇਕੱਠਾ ਕਰਕੇ ਦਿਖਾਤਾ ਨਾ, ਸਾਡੇ ਅੰਦਰ ਵੀ ਜਾ ਕੇ ਦੇਖ ਲਓ, ਕੈਂਡੀਡੇਟ ਜਿਹੜਾ ਪੋਲਿੰਗ ਏਜੰਟ ਹੁੰਦਾ ਹੈ ਉਹ ਇੱਕੋ ਹੀ ਬੈਠਾ ਹੈ, ਇੱਕੋ ਹੀ ਵੋਟਰ ਸੂਚੀ ਚੱਲ ਰਹੀ ਹੈ, ਸਾਰਾ ਪਿੰਡ ਵੋਟ ਪਾ ਕੇ ਆ ਰਿਹਾ, ਕੋਈ ਟੈਨਸ਼ਨ ਨਹੀਂ ਕਿਸੇ ਪ੍ਰਕਾਰ ਦੀ। ਹਾਂ, ਤੁਹਾਡੇ ਪਿੰਡ 'ਚ ਵੀ ਪਾਰਟੀਬਾਜ਼ੀ ਹੈਗੀਆਂ ਨੇ ਜਾਂ ਨਹੀਂ? ਨਹੀਂ ਸਾਡੇ ਪਿੰਡ 'ਚ ਕੋਈ ਪਾਰਟੀਬਾਜ਼ੀ ਨਹੀਂ, ਕੋਈ ਪਾਰਟੀਬਾਜ਼ੀ ਨਹੀਂ। ਚਲੋ ਵੋਟਾਂ ਹੁੰਦੀਆਂ ਨੇ, ਕਿਸੇ ਨੇ ਕਿਸੇ ਨੂੰ ਪਾਉਣੀ ਹੈ, ਕਿਸੇ ਨੇ ਕਿਸੇ ਨੂੰ ਪਾਉਣੀ ਹੈ, ਉਹ ਆਪਦਾ ਦਿਲ ਹੈ ਨਾ। ਵੋਟ ਦਾ ਜੀ ਸਭ ਦਾ ਅਧਿਕਾਰ ਹੈ ਨਾ, ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਰਿਹਾ ਵੀ ਫਲਾਣੇ ਨੂੰ ਪਾਓ, ਉਹ ਆਪਦਾ ਅਧਿਕਾਰ ਹੈ, ਉਹ ਅਗਲਾ ਨੂੰ ਇਸਤੇਮਾਲ ਕਰਨ ਦਿਓ। ਅੱਛਾ, ਜਦੋਂ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ ਤੇ ਉਦੋਂ ਤਾਂ ਦੋ ਧੜਿਆਂ 'ਚ ਪਿੰਡ ਹੁੰਦਾ ਹੋਊਗਾ ਕਿ ਇਧਰਲੇ ਸਾਡੇ ਵਾਲੇ ਪਾਸੇ ਦੇ ਨੇ ਇਹ ਸਰਪੰਚ, ਦੂਜੀ ਧਿਰ ਵਾਲਾ ਸਰਪੰਚ ਕਹਿੰਦਾ ਉਹ ਸਾਡੇ ਵਾਲੇ ਪਾਸੇ ਦੇ ਨੇ। ਨਹੀਂ ਬਟ ਸਾਡੇ ਨਹੀਂ ਇੰਨਾ ਹੁੰਦਾ ਜੀ, ਟੈਂਟ ਜ਼ਰੂਰ ਦੋ ਲੱਗੇ ਹੁੰਦੇ ਨੇ, ਬਟ ਇੱਧਰਲੇ ਉੱਧਰ ਚਲੇ ਜਾਂਦੇ ਨੇ, ਉੱਧਰ ਇੱਧਰ ਆ ਜਾਂਦੇ ਨੇ, ਕੋਈ ਚੱਕਰ ਨਹੀਂ ਹੁੰਦਾ। ਸਰਪੰਚੀ ਵੇਲੇ ਵੀ ਤੁਹਾਨੂੰ ਬੁਲਾਵਾਂਗੇ, ਦਿਖਾਵਾਂਗੇ ਤੁਹਾਨੂੰ ਵੀ ਇੱਕ ਲੰਗਰ ਵੀ ਜਾ ਕੇ ਆਏ ਹੋਗੇ ਤਾਂ ਦੇਖ ਲਓ, ਉੱਥੇ ਕੋਈ ਪੁਲਿਸ ਮੁਲਾਜ਼ਮ ਖੜਾ ਹੈ ਕੋਈ, ਤੁਸੀਂ ਜਾ ਕੇ ਆਏ ਹੋਗੇ। ਬਾਕੀ ਮੈਂ ਕਮਾਲਪੁਰ ਵੀ ਜਾ ਕੇ ਆਇਆ, ਮੈਂ ਵੀ ਜਾ ਕੇ ਆਇਆ ਸਵੇਰੇ ਮਾਰਨਿੰਗ, ਤੇ ਉੱਥੇ ਮੈਂ ਜਿੱਥੇ ਪੋਲਿੰਗ ਬੂਥ ਲੱਗੇ ਹੋਏ ਨੇ ਉੱਥੇ ਤਿੰਨ ਚਾਰ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਵੀ ਕਿਤੇ ਕੋਈ ਝਗੜਾ ਵਗੈਰਾ ਨਾ ਹੋ ਜੇ। ਦੇਖ ਲਓ ਉੱਥੇ ਕੋਈ ਹੈ ਨੇੜੇ ਤੇੜੇ ਤੁਹਾਡੇ ਕੋਲ, ਠੀਕ ਹੈ। ਇਹ ਸਾਡਾ ਇੱਕ ਸਾਂਝਾ ਉਹ ਸਾਡਾ ਦੇਖੋ ਲੰਗਰ ਤਿਆਰ ਹੋ ਰਿਹਾ ਜੀ, ਸਾਰਾ ਸਭ ਦਾ ਸਾਂਝਾ ਇਕੱਠਾ ਜੀ। ਹਾਂ ਹਾਂ, ਆਓ ਤੇ ਛਕੋ, ਵੋਟ ਪਾਓ, ਜਾਓ। ਕਿਆ ਬਾਤ ਹੈ, ਇਹ ਇੱਕ ਬਹੁਤ ਵੱਖਰੀ ਪਹਿਲ ਬਾਈ ਨੇ ਹੁਣ ਦੱਸੀ ਹੈ ਮੈਨੂੰ। ਦਿਖਾ ਦਿਓ ਕਿ ਉੱਥੇ ਲੰਗਰ ਤਿਆਰ ਹੋ ਰਿਹਾ, ਜਿਹੜਾ ਵੀ ਕੋਈ ਵੀ ਪਾਰਟੀ ਦਾ ਆਉਂਦਾ, ਕੋਈ ਵੀ ਧਰਮ ਜਾਂ ਜਾਤੀ ਦਾ ਆਉਂਦਾ, ਐਸਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਕਹਿੰਦੇ ਇੱਕ ਪੰਕਤ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਲੰਗਰ ਛਕਾਇਆ ਜਾਂਦਾ ਤੇ ਫਿਰ ਵੋਟ ਪਵਾਈ ਜਾਂਦੀ ਆ। ਬਈ ਇਹ ਵਿਚਾਰ ਕਿੱਥੋਂ ਆਇਆ ਕਿ ਲੰਗਰ ਵੀ ਲਾ ਦਿੱਤਾ ਜਾਵੇ, ਕੋਈ ਵੀ ਪਾਰਟੀ ਦਾ ਆਵੇ ਇੱਥੋਂ ਲੰਗਰ ਛਕ ਕੇ ਤੇ ਫਿਰ ਵੋਟ ਪਾਉਣ ਜਾਵੇ? ਬਸ ਮੇਰੇ ਫਾਦਰ ਸਾਹਿਬ ਦੀ ਸੋਚਦੀ ਹੈ। ਹਾਂਜੀ ਹਾਂ, ਲੱਗਦਾ ਬਾਈ ਕਿ ਜਿਵੇਂ ਤੁਸੀਂ ਨੌਜਵਾਨ ਹੋ, ਨੌਜਵਾਨ ਸਰਪੰਚ ਦੀ ਇੱਕ ਸੋਚ ਵੱਖਰੀ ਜੀ ਹੈ ਕਿ ਜੇਕਰ ਨੌਜਵਾਨ ਅੱਗੇ ਆਉਣ ਤੁਹਾਡੇ ਵਰਗੇ ਹੋਰ, ਤਾਂ ਸਾਰੇ ਪਿੰਡਾਂ 'ਚੋਂ ਜਿਹੜਾ ਵਿਰੋਧ ਹੈ ਉਹ ਖਤਮ ਹੋ ਸਕੇ, ਇੱਕ ਦੂਜੇ ਨਾਲ ਜਿਹੜਾ ਅਸੀਂ ਪਾੜਦੇ ਹਾਂ ਉਹ ਚੀਜ਼ ਖਤਮ ਹੋ ਜਾਂਦੀ ਹੈ ਜੇਕਰ ਤੁਹਾਡੇ ਵਰਗੇ ਨੌਜਵਾਨ ਅੱਗੇ ਆਉਣ। ਬਿਲਕੁਲ ਜੀ, ਜਿੰਨਾ ਟਾਈਮ ਨਵੀਂ ਪੀੜ੍ਹੀ, ਨਵੇਂ ਮੁੰਡੇ ਮਤਲਬ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ, ਅੱਗੇ ਨਹੀਂ ਆਉਂਦੇ, ਉਹਨਾਂ ਟਾਈਮ ਮੈਨੂੰ ਨਹੀਂ ਲੱਗਦਾ ਵੀ ਚੇਂਜ ਹੋਊਗਾ। ਇਹ ਚੇਂਜ ਕਰਨ ਵਾਸਤੇ ਨਵੀਂ ਸੋਚ ਵਾਲੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ, ਨਵੇਂ ਮੁੰਡੇ ਨੂੰ ਅੱਗੇ ਆਉਣਾ ਚਾਹੀਦਾ, ਤਦ ਹੀ ਚੇਂਜ ਹੋ ਸਕਦਾ ਹੈ। ਹਾਂਜੀ। ਤੇ ਬਈ ਸਿਆਸੀ ਪਾਰਟੀਆਂ ਕਿੰਨੀਆਂ ਕੁ ਤੁਹਾਡੇ ਤੱਕ ਪਹੁੰਚ ਕਰਦੀਆਂ ਨੇ ਕਿ ਉੱਥੇ ਮੈਂ ਬੋਰਡ ਦੇਖਿਆ ਕਿਸਾਨ ਯੂਨੀਅਨ ਦਾ ਲਾਇਆ ਹੋਇਆ ਤੁਸੀਂ ਕਿ ਸਾਡੇ ਪਿੰਡ 'ਚ ਪਹਿਲਾਂ ਤਾਂ ਲੱਗਿਆ ਹੋਇਆ ਮੇਰੇ ਖਿਆਲ ਨਾਲ ਕਿ ਕੋਈ ਰਾਜਨੀਤਿਕ ਲੀਡਰ ਨਾ ਆਵੇ, ਤੇ ਹਾਂ ਉਦੋਂ ਤੱਕ ਕਿੰਨੀ ਕੁ ਪਹੁੰਚ ਤੁਹਾਡੇ ਤੱਕ ਬਣੀ ਸੀ ਕਿ ਸਾਡਾ ਫੇਰਾ ਪਵਾਓ ਜੀ ਪਿੰਡ 'ਚ ਵੋਟਾਂ ਆ ਗਈਆਂ? ਸਾਰੇ ਆਏ ਸੀ, ਤਕਰੀਬਨ ਸਾਰੇ ਆਉਂਦੇ ਨੇ ਜੀ ਸਭ। ਹਾਂਜੀ, ਸਰਪੰਚ ਤੱਕ ਤਾਂ ਸਾਰੀ ਅਪਰੋਚ ਕਰਦੇ ਨੇ। ਹਾਂਜੀ ਹਾਂ। ਫਿਰ ਪਿੰਡ ਵਾਲਿਆਂ ਦਾ ਕੀ ਫੈਸਲਾ ਸੀ ਉਦੋਂ? ਵੀ ਸਾਰਿਆਂ ਨੂੰ ਵੈਲਕਮ ਕਹੋ, ਕੋਈ ਗੱਲ ਨਹੀਂ ਜੀ, ਹਾਂ ਆ ਕੇ ਉਹਨਾਂ ਦੇ ਵਿਚਾਰ ਸੁਣੋ। ਸੋ ਨਿਰਣਾ ਤਾਂ ਲੋਕਾਂ ਨੇ ਕਰਨਾ ਵੀ ਕਿਹਨੂੰ ਪਾਉਣੀ ਹੈ। ਅੱਛਾ, ਜਦੋਂ ਪਿੰਡ 'ਚ ਕੋਈ ਲੀਡਰ ਆਉਂਦਾ ਹੋਊਗਾ, ਪਿੱਛੇ ਚੋਣ ਪ੍ਰਚਾਰ ਵੇਲੇ ਇਕੱਠ ਹੁੰਦਾ ਹੋਊਗਾ, ਉਦੋਂ ਸਾਰਾ ਪਿੰਡ ਹੀ ਆ ਜਾਂਦਾ ਸੀ ਜਾਂ ਇਕੱਲੀ ਉਹ ਪਾਰਟੀ ਵਾਲੀ ਆਉਂਦੇ ਸੀ? ਹਾਂਜੀ, ਜਿਹੜੇ ਹੁੰਦੇ ਸੀ ਘਰ ਹੁੰਦੇ ਸੀ ਲੋਕ ਆ ਜਾਂਦੇ ਸੀ, ਸਾਰੇ ਆ ਜਾਂਦੇ ਸੀ ਜੀ, ਅੱਛਾ। ਸਭ ਦੇ ਵਿਚਾਰ ਸੁਣਦੇ ਸੀ। ਹਾਂਜੀ। ਤੇ ਇਹ ਇੱਕ ਵੱਖਰਾ ਜਿਹਾ ਸੁਨੇਹਾ ਪਿੰਡ ਦੇ ਵਿੱਚ ਬਾਈ ਹੋਰੀ ਮੈਨੂੰ ਦੱਸ ਰਿਹਾ ਕਿ ਕੋਈ ਵੀ ਪਾਰਟੀ ਦਾ ਰਾਜਨੀਤਿਕ ਲੀਡਰ ਆਉਂਦਾ ਤਾਂ ਸਾਡਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਕੋਈ ਇਹ ਨਹੀਂ ਹੈਗਾ ਕਿ ਇਹ ਅਕਾਲੀ ਦਲ ਦਾ ਲੀਡਰ ਹੈ, ਕੋਈ ਇਹ ਨਹੀਂ ਹੈਗਾ ਝਾੜੂ ਵਾਲਿਆਂ ਦਾ, ਕੋਈ ਇਹ ਨਹੀਂ ਹੈਗਾ ਕਾਂਗਰਸ ਦਾ। ਤੇ ਅਸੀਂ ਰਾਜਨੀਤਿਕ ਲੀਡਰਾਂ ਦੀ ਨੀਤੀ ਨੂੰ ਨਹੀਂ ਸਮਝਦੇ, ਅਸੀਂ ਆਪਣੇ ਵਿਕਾਸ ਨੂੰ ਸਮਝਦੇ ਹਾਂ। ਬਾਈ ਜੀ ਪਿੰਡ ਵਾਲੇ ਵਿਕਾਸ ਨੂੰ ਸਮਝਦੇ ਆ ਕਿ ਕਿਹੜੀ ਪਾਰਟੀ ਨੂੰ ਵਿਕਾਸ ਵੋਟ ਪਾਵਾਂਗੇ ਤੇ ਵਿਕਾਸ ਵਧੀਆ ਹੋਊਗਾ, ਜਾਂ ਲੋਕ ਜਿਵੇਂ ਤੁਸੀਂ ਆਖਿਆ ਕਿ ਸਾਡੇ ਪਿੰਡ ਦੇ ਬਹੁਤ ਲੋਕ ਰਾਜਨੀਤਿਕ ਪੱਧਰ ਤੋਂ ਉੱਪਰਲੇ ਲੈਵਲ 'ਤੇ ਨੇ? ਮੇਰੇ ਖਿਆਲ 'ਚ ਹੀ ਨਾ ਐਕਚੁਅਲ ਦੇ ਵਿੱਚ ਪਾਰਟੀ ਮੈਟਰ ਨਹੀਂ ਕਰਦੀ, ਬੰਦਾ ਮੈਟਰ ਕਰਦਾ ਹੈ। ਸੋ ਪਿੰਡ ਲੋਕ ਵੀ ਜਿਵੇਂ ਪਿੰਡ ਦਾ ਸਰਪੰਚ ਚੁਣਦੇ ਨੇ, ਉਹ ਵੀ ਬੰਦਾ ਦੇਖ ਕੇ, ਜੇ ਆਪਾਂ ਨੇ ਹੁਣ ਵੀ ਵੋਟ ਪਾਉਣੀ ਹੈ ਤਾਂ ਪਾਰਟੀ ਨਾ ਦੇਖੋ, ਬੰਦਾ ਦੇਖੋ। ਸੋ ਇਹ ਸੁਨੇਹਾ ਤੁਸੀਂ ਲੋਕਾਂ ਤੱਕ ਪਹੁੰਚਾਇਆ ਆਪਦੇ ਪਿੰਡ ਦੇ ਤੱਕ? ਹਾਂਜੀ ਹਾਂਜੀ, ਸਾਰੇ ਤਾਂ ਹੀ ਮਤਲਬ ਉਹੀ ਗੱਲ ਹੈ ਵੀ ਲੋਕ ਬੰਦੇ ਨੂੰ ਦੇਖ ਕੇ ਹੀ ਵੋਟ ਕਰਦੇ ਨੇ। ਮੈਨੂੰ ਲੱਗਦਾ ਵੀ ਹੁਣ ਪਾਰਟੀ ਨਹੀਂ ਕੋਈ ਦੇਖਦਾ, ਬੰਦਾ ਦੇਖਦਾ ਵੀ ਕੈਂਡੀਡੇਟ ਕਿਹੋ ਜਿਹਾ, ਉਹਦਾ ਚਰਿੱਤਰ ਦੇਖਦੇ ਨੇ ਵੀ ਕਿਵੇਂ ਦਾ ਬੰਦਾ।
ਹਾਂਜੀ। ਤੇ ਕਿਵੇਂ ਦਾ ਹੌਸਲਾ ਤੇ ਲੋਕਾਂ ਦੇ ਵੱਲੋਂ ਸਹਿਯੋਗ ਮਿਲ ਰਿਹਾ ਤੁਹਾਨੂੰ? ਇੱਕ ਨਵੀਂ ਪਹਿਲ ਇਹ ਸਾਲ ਕੀਤੀ ਹੈ। ਹਾਂਜੀ, ਬਹੁਤ ਵਧੀਆ ਲੱਗ ਰਿਹਾ। ਦੇਖੋ ਸਾਰੇ ਇਕੱਠੇ ਖੜੇ ਨੇ, ਸਾਰੇ ਆਏ ਨੇ, ਸਾਰੀਆਂ ਮਤਲਬ ਇਕੱਠੇ ਹੋਏ ਨੇ ਤੇ ਇਕੱਠੇ ਲੰਗਰ ਛਕਣਗੇ, ਸਾਰਾ ਵਧੀਆ ਲੱਗ ਪਹਿਲਾਂ ਪਹਿਲਾਂ ਕੀ ਮਾਹੌਲ ਹੁੰਦਾ ਸੀ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ? ਪਹਿਲਾਂ ਦਾ ਮਾਹੌਲ ਕੀ? ਠੀਕ ਹੈ, ਤਕਰੀਬਨ ਸਾਡੇ ਪਿੰਡ ਕੋਈ ਐਡੀ ਗੱਲ ਨਹੀਂ ਹੁੰਦੀ ਜੀ, ਨਾਰਮਲ ਹੁੰਦਾ ਸਾਡੇ। ਹਾਂ, ਅਲੱਗ ਲੱਗਦੇ ਸੀ ਜੀ ਪਹਿਲਾਂ ਪਹਿਲਾਂ 3-4 ਟੈਂਟ ਲੱਗਦੇ ਸੀ, ਹੁਣ ਅਸੀਂ ਇਕੱਠਾ ਕਰਤਾ, ਸਾਰੇ ਇਕੱਠੇ ਹੋ ਗਏ। ਹਾਂਜੀ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਇੱਕ ਵੱਖਰਾ ਜਿਹਾ ਉਪਰਾਲਾ ਪਿੰਡ ਵਾਲਿਆਂ ਦੇ ਵੱਲੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮਕਸਦ ਇਹੀ ਸੀ ਕਿ ਦੇਸ਼ ਦੁਨੀਆ ਦੇ ਵਿੱਚ ਇਹ ਸੁਨੇਹਾ ਜਾ ਸਕੇ ਕਿ ਅਸੀਂ ਆਪਣੇ ਪਿੰਡ ਨੂੰ ਰਾਜਨੀਤਿਕ ਲੀਡਰਾਂ ਦੇ ਪਿੱਛੇ ਲੱਗ ਕੇ ਨਾ ਪਾੜੀਏ, ਅਲੱਗ-ਅਲੱਗ ਪੋਲਿੰਗ ਬੂਥ ਨਾ ਲਾਈਏ। ਕਈ ਪੋਲਿੰਗ ਬੂਥ ਇਹੋ ਜਿਹੇ ਵੀ ਹੁੰਦੇ ਆ ਪਿੰਡਾਂ ਦੇ ਵਿੱਚ ਜਿੱਥੇ ਇੱਕ ਧਿਰ ਦੀ ਦੂਜੀ ਧਿਰ ਨਾਲ ਲੜਾਈ ਹੋ ਜਾਂਦੀ ਹੈ, ਤੇ ਪਰ ਇਹ ਪਿੰਡ ਦੇ ਵਿੱਚ ਐਸਾ ਕੁਝ ਨਹੀਂ। ਬਾਈ ਹੋਰੀ ਦੱਸਦੇ ਆ ਕਿ ਜਦੋਂ ਸਾਡੇ ਪਿੰਡ ਸਰਪੰਚ ਵੀ ਚੁਣਦੇ ਆ ਨਾ, ਤਾਂ ਉਦੋਂ ਵੀ ਸਾਡੇ ਪਿੰਡ ਇੱਕ ਹੀ ਬੂਥ ਲੱਗਦਾ ਜਦੋਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ। ਤੇ ਜਦੋਂ ਕੋਈ ਵੀ ਲੀਡਰ ਆਉਂਦਾ ਹੈ ਤਾਂ ਅਸੀਂ ਸਾਰਾ ਪਿੰਡ ਉਹਨੂੰ ਸੁਣਨ ਲਈ ਜਾਂਦੇ ਹਾਂ। ਕੋਈ ਵੀ ਪਾਰਟੀ ਹੋਵੇ, ਅਸੀਂ ਵਿਚਾਰਧਾਰਾ ਕਿਸੇ ਵੀ ਪਾਰਟੀ ਦੀ ਨਾਲ ਨਹੀਂ ਜੁੜੇ ਹੋਏ। ਅਸੀਂ ਦੇਖਦੇ ਹਾਂ ਤਾਂ ਸਿਰਫ ਔਰ ਸਿਰਫ ਚਿਹਰਾ ਦੇਖਦੇ ਹਾਂ ਕਿ ਕਿਹੜਾ ਵਧੀਆ ਕੰਮ ਕਰ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ। ਅੱਜ ਇੱਕ ਪੰਜਾਬ ਦੇ ਐਸੇ ਪਿੰਡ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਕੋਈ ਵੀ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਨਹੀਂ ਲੱਗਦੇ। ਸਾਰਾ ਪਿੰਡ ਇਕਮੁੱਠ ਹੋ ਕੇ ਬੂਥ ਦੇ ਉੱਤੇ ਬਹਿੰਦਾ ਹੈ। ਕਿਸੇ ਵੀ ਪਾਰਟੀ ਦਾ ਕੋਈ ਸਪੈਸ਼ਲ ਪੋਲਿੰਗ ਬੂਥ ਨਹੀਂ ਲੱਗਦਾ। ਤਸਵੀਰਾਂ ਦੇਖ ਸਕਦੇ ਹੋ ਕਿ ਸਾਰੇ ਪਾਰਟੀਆਂ ਦੇ ਬੈਨਰ ਤਾਂ ਲੱਗੇ ਹੋਏ ਹੈ, ਪਰ ਸਾਰਾ ਪਿੰਡ ਇਕਜੁੱਟਤਾ ਦੇ ਵਿੱਚ ਹੈ। ਕਾਰਨ ਕੀ ਹੈ ਇਹਦੇ ਪਿੱਛੇ ਦਾ? ਕਿ ਕਈ ਬੂਥਾਂ ਦੇ ਵਿੱਚ ਤਾਂ ਅਸੀਂ ਪਿੰਡਾਂ ਦੇ ਵਿੱਚ ਦੇਖਿਆ ਕਿ ਲੜਾਈਆਂ ਹੋ ਜਾਂਦੀਆਂ ਨੇ ਇੱਕ ਪਾਰਟੀ ਦੀ ਦੂਜੇ ਪਾਰਟੀ ਦੇ ਬੂਥ ਨਾਲ, ਪਰ ਇਹ ਪਿੰਡ ਦੇ ਵਿੱਚ ਐਸਾ ਕੁਝ ਦੇਖਣ ਨੂੰ ਨਹੀਂ ਮਿਲਦਾ। ਇਹ ਪਿੰਡ ਸੂਲਰ ਜ਼ਿਲ੍ਹਾ ਸੰਗਰੂਰ ਤੇ ਹਲਕਾ ਦਿੜਬਾ ਦਾ ਪਿੰਡ ਹੈ। ਇਹ ਗੱਲਬਾਤ ਕਰ ਲੈਣੇ ਸਰਪੰਚ ਸਾਹਿਬ ਨਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵੀਰੇ, ਸਤਿ ਸ਼੍ਰੀ ਅਕਾਲ। ਕੀ ਕਾਰਨ ਹੈ ਕਿ ਇਸ ਪਿੰਡ ਦੇ ਵਿੱਚ ਵੱਖਰੇ ਵੱਖਰੇ ਬੂਥ ਦੇਖਣ ਨੂੰ ਨਹੀਂ ਮਿਲਦੇ? ਇੰਨੀ ਇਕਜੁੱਟਤਾ ਕਿਵੇਂ ਹੈ? ਇਹ ਬਾਈ ਜੀ ਇਕਜੁੱਟਤਾ ਦਾ ਪ੍ਰਤੀਕ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਮਤਲਬ ਆਪਾਂ ਨੂੰ ਹੁਣ 70 ਸਾਲ ਹੋ ਗਏ, ਆਪਾਂ ਮਤਲਬ ਆਪਸ 'ਚ ਲੜਦੇ ਭਿੜਦੇ ਪਾਰਟੀਆਂ ਦਾ ਮਤਲਬ ਕੁਝ ਨਹੀਂ ਜਾਂਦਾ, ਹੈ ਨਾ। ਸੋ ਇਹ ਹੈ ਵੀ ਸਾਰੇ ਇੱਕ ਮੰਚ 'ਤੇ ਇਕੱਠੇ ਹੋਈਏ। ਵੀ ਵੋਟ ਦੇਖੋ ਸਭ ਨੂੰ ਹੱਕ ਹੈ ਆਪਦੀ ਵੋਟ ਦਾ, ਵੀ ਕੋਈ ਕਿਤੇ ਮਰਜ਼ੀ ਪਾਓ, ਕੋਈ ਚੱਕਰ ਨਹੀਂ। ਬਟ ਆਪਾਂ ਨੇ ਇੱਕ ਰਹਿਣਾ। ਵੋਟਾਂ ਤਾਂ ਜਾਂਦੀਆਂ ਆਉਂਦੀਆਂ ਰਹਿੰਦੇ ਨੇ 5 ਸਾਲ ਬਾਅਦ, ਕੋਈ ਆ ਗਿਆ ਕਦੇ ਕੋਈ ਚਲਾ ਗਿਆ, ਬਟ ਆਪਾਂ ਨੇ ਪਿੰਡ ਨੂੰ ਇੱਕ ਮੰਚ 'ਤੇ ਖੜਾ ਕਰਨਾ ਹੈ, ਇਕੱਠੇ ਰਹਿਣਾ ਜੀ। ਹਾਂਜੀ। ਪਹਿਲਾਂ ਵੀ ਜਦੋਂ ਕੋਈ ਸਿਆਸੀ ਲੀਡਰ ਆਉਂਦਾ, ਜਿਵੇਂ ਇਹ ਹੁੰਦਾ ਕਿ ਪਿੰਡ ਵਾਲੇ ਧੜਿਆਂ 'ਚ ਵੰਡਿਆ ਹੁੰਦਾ ਪਿੰਡ, ਇਹ ਪਿੰਡ ਦੇ ਵਿੱਚ ਵੀ ਐਸੀ ਗੱਲਬਾਤ ਹੈਗੀ ਕਿਉਂਕਿ ਧੜਿਆਂ ਦੇ ਵਿੱਚ ਵੰਡਿਆ ਹੋਵੇ? ਨਹੀਂ ਜੀ, ਬਿਲਕੁਲ। ਸਾਡੇ ਸਰਪੰਚ ਹੋਣ ਦੇ ਨਾਤੇ ਸਾਡੇ ਕੋਲ ਹਰ ਇੱਕ ਬੰਦਾ ਕੈਂਡੀਡੇਟ ਅਪਰੋਚ ਕਰਦਾ ਹੈ, ਬਟ ਅਸੀਂ ਸਾਰਿਆਂ ਨੂੰ ਆਦਰ ਸਨਮਾਨ ਦਿੰਦੇ ਹਾਂ, ਸਭ ਦਾ ਵੈਲਕਮ ਕਰਦੇ ਹਾਂ ਵੀ ਹਾਂਜੀ ਤੁਸੀਂ ਆਓ, ਕੋਈ ਗੱਲ ਨਹੀਂ। ਵੋਟਾਂ ਮੰਗਣਾ ਕਿਉਂਕਿ ਹੱਕ ਹੈ ਨਾ ਉਹਨਾਂ ਦਾ, ਸਾਡੇ ਕੋਲ ਆਉਂਦੇ ਨੇ ਤੇ ਸਭ ਨੂੰ ਅਸੀਂ ਰਿਸਪੈਕਟ ਦਿੰਦੇ ਹਾਂ। ਹਾਂਜੀ ਬਾਈ, ਜੇ ਆਪਾਂ ਤੁਹਾਡੇ ਨਾਲ ਗੱਲ ਕਰੀਏ, ਜਦੋਂ ਇਹ ਸ਼ੁਰੂਆਤ ਕਦੋਂ ਹੁੰਦੀ ਹੈਗੀ ਕਿ ਅਸੀਂ ਇੱਕ ਸਾਂਝਾ ਬੂਥ ਲਾਉਣਾ ਪਿੰਡ ਦਾ? ਕੋਈ ਪਾਰਟੀ ਨਹੀਂ ਹੋਊ, ਕੋਈ ਸਿਆਸੀ ਪਾਰਟੀ ਦਾ ਅਲੱਗ ਬੂਥ ਨਹੀਂ ਲੱਗੂਗਾ। ਇਹ ਸ਼ੁਰੂਆਤ ਕਦੋਂ ਹੋਈ ਹੈ? ਇਹ ਇਸ ਸਾਲ ਹੀ ਸ਼ੁਰੂਆਤ ਹੋਈ ਹੈ ਜਾਂ ਪਹਿਲਾਂ ਦੀ ਹੋਈ ਹੋਈ ਹੈ? ਨਹੀਂ ਬਾਈ ਜੀ, ਇਸ ਸਾਲ ਪਹਿਲੀ ਵਾਰ ਹੋਇਆ ਇਹ। ਹਾਂ, ਤੇ ਅਸੀਂ ਪਰਸੋਂ ਇਹ ਵਿਚਾਰ ਕੀਤਾ ਸੀ ਸਰਪੰਚ ਸਾਹਿਬ ਕੋਲ ਬੈਠ ਕੇ ਵੀ ਆਪਾਂ ਨੇ ਪੋਲਿੰਗ ਬੂਥ ਅਲੱਗ-ਅਲੱਗ ਨਹੀਂ ਲਾਉਣੇ, ਤੇ ਸਾਰੇ ਪਿੰਡ ਨੇ ਇੱਕ ਥਾਵੇਂ ਬੈਠਣਾ ਹੈ। ਚਲੋ ਜੋ ਬੈਠਦਾ ਬੈਠੋ, ਜਿਹਨੇ ਵੋਟ ਪਾ ਕੇ ਜਾਣਾ ਚਲੇ ਜਾਓ। ਤੇ ਕਿਸੇ ਨੂੰ ਸਾਡੇ ਪਿੰਡ 'ਚੋਂ ਕਿਸੇ ਨੇ ਵੋਟ ਨੂੰ ਨਹੀਂ ਕਿਹਾ, ਕਿਸੇ ਦੀ ਸਪੋਰਟ ਵਾਸਤੇ ਨਹੀਂ ਕਿਹਾ। ਜੋ ਵੀ ਕੈਂਡੀਡੇਟ ਆਏ ਨੇ ਸਾਡੇ ਸਰਪੰਚ ਸਾਹਿਬ ਕੋਲ ਆਉਂਦੇ ਨੇ, ਤੇ ਸਾਰਾ ਪਿੰਡ ਇੱਕ ਬੈਂਚ ਦੀਆਂ, ਕੋਈ ਚਿੰਤਾ ਨਹੀਂ। ਤੇ ਬਾਈ ਜੀ, ਜੇ ਆਪਾਂ ਤੁਹਾਡੇ ਨਾਲ ਗੱਲ ਕਰ ਲਈਏ ਕਿ ਜਿਵੇਂ ਹੁਣ ਇਹਨਾਂ ਨੇ ਆਖਿਆ ਕਿ ਸਾਂਝਾ ਬੂਥ ਇੱਥੇ ਲੱਗਦਾ, ਕਦੇ ਹੁਣ ਜਿਵੇਂ ਅੱਜ ਇੱਥੇ ਬੈਠੇ ਹੋ ਤੁਸੀਂ, ਤੇ ਇਹ ਤਾਂ ਨਹੀਂ ਹੈਗਾ ਕਿ ਦਫਾੜ ਹੋਇਆ ਪਿੰਡ ਕਿ ਕਿਸ ਤਰੀਕੇ ਨਾਲ ਅਣਬਣ ਹੋਵੇ, ਆਪਸ ਵਿੱਚ ਕੇ ਰਲ ਕੇ ਨਾ ਬਹਿੰਦੇ ਹੋਣ? ਨਹੀਂ ਨਹੀਂ, ਐਸਾ ਕੁਝ ਵੀ ਨਹੀਂ ਹੈ। ਦੇਖੋ, ਇਹ ਇੱਕ ਬਹੁਤ ਵੱਡਾ ਮੈਸੇਜ ਜਾਊਗਾ ਪੂਰੀ ਦੁਨੀਆ ਦੇ ਵਿੱਚ, ਠੀਕ ਹੈ। ਵੈਸੇ ਹੋਣਾ ਵੀ ਹਰ ਇੱਕ ਪਿੰਡ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇਹੀ ਕੁਝ ਹੋਣਾ ਚਾਹੀਦਾ। ਵੋਟਾਂ ਤਾਂ ਹਰ ਸਾਲ ਆਉਂਦੀਆਂ, 5 ਸਾਲ ਬਾਅਦ ਆਉਂਦੀਆਂ ਨੇ, ਪਰ ਜੇ ਆਪਾਂ ਪਿੰਡ ਦੇ ਵਿੱਚ ਵੋਟਾਂ ਪਾਉਣ ਲੱਗੇ ਆਪ 'ਚ ਫੜ ਹੋ ਜਾਵਾਂਗੇ ਤਾਂ ਉਹ ਪਿੰਡ ਦਾ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਅਤੇ ਇਸ ਲਈ ਸਾਨੂੰ ਸਾਰਿਆਂ ਨੇ ਇਹ ਸਰਪੰਚ ਸਾਹਿਬ ਨਾਲ ਪਰਸੋਂ ਮਿਲ ਕੇ ਗੱਲਬਾਤ ਕਰੀ ਅਸੀਂ ਨੇ ਵੀ ਆਪਾਂ ਇੱਕ ਹੀ ਟੈਂਟ ਲਾਵਾਂਗੇ, ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਪਣਾ ਫਲੈਗ ਲੱਗ, ਜੋ ਜਿਹਨੇ ਵੋਟ ਜਿਹਨੂੰ ਮਰਜ਼ੀ ਪਾਉਣੀ ਕਿਸੇ ਨੇ ਪਾਈ ਜਾਵੇ, ਬਸ ਇੱਕ ਹੀ ਤਰਾਂਗੇ। ਅੱਛਾ ਬਾਈ, ਇਹ ਵੀ ਗੱਲ ਹੁੰਦੀ ਹੈ ਕਿ ਝਾੜੂ ਵਾਲਾ ਵੀ ਇੱਥੇ ਹੀ ਬੈਠਾ ਹੈ, ਤੇ ਜੇ ਕਾਂਗਰਸੀਆਂ ਦੀ ਗੱਲ ਕਰ ਲਈ ਉਹ ਵੀ ਇੱਥੇ ਬੈਠਾ, ਅਕਾਲੀ ਦਲ ਵਾਲੇ ਵੀ ਇੱਥੇ ਬੈਠੇ। ਲੱਗਦਾ ਹੈ ਕਿ ਇਹ ਚੀਜ਼ ਜਿਹੜੇ ਲੀਡਰ ਨੇ ਆਪਸ 'ਚ ਪੜਾ ਦਿੰਦੇ ਆ ਸਾਨੂੰ ਅਲੱਗ-ਅਲੱਗ ਧਰਮਾਂ ਦੇ ਨਾਂ 'ਤੇ, ਕੋਈ ਜਾਤੀ ਨਾਂ 'ਤੇ, ਉਹਨਾਂ ਤੱਕ ਇਹ ਬਹੁਤ ਵੱਡਾ ਸੁਨੇਹਾ ਪਹੁੰਚੂਗਾ ਤੁਹਾਡਾ? ਬਿਲਕੁਲ ਜੀ, ਬਿਲਕੁਲ। ਇਹ ਮਤਲਬ ਸਾਰੀ ਦੁਨੀਆ ਦੇ ਵਿੱਚ ਹੀ ਮੈਸੇਜ ਆਊਗਾ ਵੀ ਦੇਖੋ ਵੀ ਮਤਲਬ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਆਪਦਾ ਪਿੰਡ ਦੀ ਅਖੰਡਤਾ ਨਾ ਉਹ ਕਰੋ, ਅਲੱਗ ਨਾ ਹੋ, ਇਕੱਠੇ ਰਹੋ।
ਇਹ ਮੈਸੇਜ ਜਾਊਗਾ ਜੀ ਸਾਰੀ ਦੁਨੀਆ ਦੇ ਵਿੱਚ। ਲੱਗਦਾ ਹੈ ਕਿ ਜਿਵੇਂ ਹੁਣ ਤੁਸੀਂ ਇੱਥੇ ਸਾਂਝਾ ਬੈਠੇ ਹੋ ਕਿ ਪਿੰਡ ਦੀ ਇਕਜੁੱਟਤਾ ਵੀ ਨਜ਼ਰ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਹੁਣ ਇਹ ਸੰਦੇਸ਼ ਸਾਰੀ ਦੇਸ਼ ਦੁਨੀਆ ਦੇ ਵਿੱਚ ਜਾਊਗਾ ਅਗਲੇ 5 ਸਾਲਾਂ ਨੂੰ ਫਿਰ ਲੋਕ ਇਸ ਤਰੀਕੇ ਨਾਲ ਹੀ ਤੁਹਾਡੀ ਰੀਸ ਕਰਕੇ ਆਪਣੇ ਪਿੰਡ ਦੇ ਵਿੱਚ ਇੱਕ ਸਾਂਝਾ ਬੂਥ ਲਾਉਣਗੇ। ਹਾਂਜੀ ਬਿਲਕੁਲ ਵੀਰੇ, ਇਹੀ ਰੀਤ ਚੱਲੂ ਅੱਗੇ। ਅੱਛਾ ਹਾਂਜੀ। ਤੇ ਬਾਈ ਜੀ ਕਿਸੇ ਵੱਲੋਂ ਵਿਰੋਧ ਤਾਂ ਨਹੀਂ ਹੋਇਆ ਹੈਗਾ ਕਿ ਅਸੀਂ ਅਲੱਗ ਬੂਥ ਲਾਵਾਂਗੇ ਜੀ ਆਪਦਾ ਤੇ ਤੁਸੀਂ ਆਪਦਾ ਜਿਵੇਂ ਤੁਹਾਡੀ ਵਿਚਾਰਧਾਰਾ ਹੈਗੀ ਹੈ ਤੁਸੀਂ ਆਪਣੀ ਵਿਚਾਰਧਾਰਾ ਰੱਖੋ, ਕੋਈ ਐਸਾ ਵਿਰੋਧ ਹੋਇਆ ਹੋਵੇ? ਨਹੀਂ ਬਾਈ ਜੀ, ਹੋਰ ਗੱਲ ਹੈ ਵੀ ਚਲੋ ਪਹਿਲਾਂ ਹੁੰਦਾ ਹਰ ਇੱਕ ਨੂੰ, ਚਲੋ ਹੁੰਦੀਆਂ ਨੇ ਪਾਰਟੀਆਂ ਅਲੱਗ-ਅਲੱਗ ਨੇ, ਕੈਂਡੀਡੇਟ ਅਲੱਗ-ਅਲੱਗ ਨੇ, ਤੇ ਅਸੀਂ ਬੈਠ ਕੇ ਇਹ ਵਿਚਾਰ ਕੀਤਾ ਸੀ। ਅੱਛਾ ਕਿੰਨੇ ਕੁ ਫਿਰ ਸਹਿਮਤ ਹੋਏ ਸੀ, ਕਿੰਨੇ ਕੁ ਸਹਿਮਤ ਨਹੀਂ? ਸਾਰਾ ਪਿੰਡ ਸਹਿਮਤ ਹੈ, ਕੋਈ ਇੱਕ ਵੀ ਬੰਦਾ ਹੈ ਜਾਂ ਨਹੀਂ ਵੀ ਜਿਹੜਾ ਇਹ ਗੱਲ ਕਹਿੰਦਾ ਵੀ ਮੈਂ ਅਲੱਗ ਬੈਠਣਾ ਹੈ ਜਾਂ ਮੈਂ ਤੁਹਾਡੇ। ਵੈਸੇ ਤਾਂ ਸਾਡੇ ਪਿੰਡ 'ਚੋਂ ਤੁਸੀਂ ਹੁਣ ਸਾਰਾ ਨਗਰ ਹੀ ਖੜਾ ਹੈ, ਠੀਕ ਹੈ ਨਾ, ਕਿਸੇ ਦਾ ਇਹ ਨਹੀਂ ਪਤਾ ਵੀ ਕੌਣ ਕਿਹਨੂੰ ਵੋਟ ਪਾ ਰਿਹਾ ਨਾ। ਉਰੇ ਜਿੰਨੀ ਹੁਣ ਮੰਨ ਲਓ ਪਿੰਡ ਦੀ ਵੋਟ ਖੜੀ ਹੈ, ਕਿਸੇ ਦਾ ਇੱਕ ਦੂਜੇ ਨੂੰ ਨਹੀਂ ਪਤਾ ਵੀ ਕਿਹੜਾ ਕਿਹਨੂੰ ਵੋਟ ਪਾ ਰਿਹਾ ਨਾ, ਕਿਸੇ ਨੇ ਕਿਹਾ ਇੱਕ ਦੂਸਰੇ ਨੂੰ। ਜੋ ਵੀ ਕੈਂਡੀਡੇਟ ਆਏ ਨੇ ਸਾਰਾ ਪਿੰਡ ਸਾਡਾ ਇਕੱਠਾ ਹੁੰਦਾ, ਕੋਈ ਗੱਲ ਨਹੀਂ, ਵਿਚਾਰ ਸਭ ਦੇ ਸੁਣੇ ਨੇ, ਜੋ ਸਵਾਲ ਤੀ ਅਸੀਂ ਕੀਤੇ ਨੇ, ਬਾਕੀ ਤੁਸੀਂ ਦੇਖ ਹੀ ਲਿਆ ਪਿੰਡ ਦਾ। ਕਾਰਨ ਕੀ ਰਹਿੰਦਾ? ਕਈ ਪੋਲਿੰਗ ਬੂਥਾਂ ਤੇ ਤਾਂ ਗੋਲੀ ਵੀ ਚੱਲ ਜਾਂਦੀ ਹੁੰਦੀ ਆ, ਉਹਦਾ ਕੀ ਕਾਰਨ ਹੁੰਦਾ ਹੈ? ਨਹੀਂ ਕਾਰਨ ਪਤਾ ਕੀ ਹੁੰਦਾ, ਉਹ ਪਾਰਟੀਬਾਜ਼ੀਆਂ ਹੁੰਦੀਆਂ ਨੇ ਪਿੰਡਾਂ 'ਚ, ਵੱਡੇ ਪਿੰਡਾਂ 'ਚ ਹੋ ਜਾਂਦਾ। ਸਾਡਾ ਤਾਂ ਪਿੰਡ ਹੀ ਛੋਟਾ, ਸਾਡੇ ਜੀ ਪਾਰਟੀਬਾਜ਼ੀ ਖਤਮ ਕਰਨੀ ਸਭ ਤੋਂ ਵੱਡੀ ਪਹਿਲ ਕਦਮੀ ਤੁਹਾਡੇ, ਤੁਸੀਂ ਵਧਾਈ ਦੇ ਪਾਤਰ ਨੂੰ, ਤੁਹਾਡਾ ਪਿੰਡ ਵਧਾਈ ਦਾ ਪਾਤਰ ਹੈ ਕਿ ਤੁਸੀਂ ਪਾਰਟੀਬਾਜ਼ੀ ਖਤਮ ਕਰ ਰਹੇ ਹੋ, ਹਨਾ। ਤੇ ਮੇਰੇ ਸਵਾਲ ਆ ਰਿਹਾ ਮਨ 'ਚ, ਚਲੋ ਸਵਾਲ ਵੀ ਕੀ ਹੈ, ਮੇਰੇ ਮਨ 'ਚ ਵਿਚਾਰ ਆ ਰਿਹਾ ਹੈ ਵੀ ਇਹ ਤਾਂ ਚਲੋ ਉੱਪਰਲੇ ਪੱਧਰ ਦੀਆਂ ਗਏ, ਚ ਇੰਨਾ ਜ਼ੋਰ ਨਹੀਂ ਲੱਗਦਾ ਪਿੰਡਾਂ ਤੇ, ਵੱਡੇ ਪਿੰਡਾਂ 'ਚ ਤਾਂ ਹੋ ਜਾਂਦਾ, ਸਾਡਾ ਪਿੰਡ ਛੋਟਾ ਹੈ। ਅੱਜ ਤੱਕ ਕਦੇ ਸਰਪੰਚੀ ਵੇਲੇ ਵੀ ਲੜਾਈ ਨਹੀਂ ਹੋਈ ਸਾਡੇ ਪਿੰਡ 'ਚ, ਅੱਜ ਤੱਕ ਤੂੰ ਮੈਂ ਨਹੀਂ ਹੋਈ, ਅਸੀਂ ਇੱਕੋ ਬੈਂਚ ਤੇ ਬਹਿਨੇ ਆ ਸਾਰਾ ਪਿੰਡ। ਹੁਣ ਸਾਡੇ ਪੋਲਿੰਗ ਏਜੰਟ ਵੀ ਇੱਕ ਬੈਠਾ ਹੈ, ਹਾਂ, ਕੋਈ ਕਿਸੇ ਮੰਨ ਲਓ ਇੱਕ ਕੈਂਡੀਡੇਟ ਦਾ ਬਿਠਾਇਆ ਹੋਇਆ ਨਹੀਂ ਬੈਠਿਆ, ਸਾਰਿਆਂ ਦਾ ਸਾਂਝਾ ਇੱਕੋ ਹੀ ਬੈਠਾ ਹੈ, ਜਾ ਕੇ ਦੇਖ ਲਓ। ਹਾਂ ਤੇ ਇਹ ਤਸਵੀਰਾਂ ਦਿਖਾ ਦਿਓ ਇੱਕ ਵਾਰ ਪੋਲਿੰਗ ਬੂਥ ਦੀਆਂ ਉੱਪਰ ਦੀਆਂ। ਚਲੋ ਬਾਹਰ ਇਹਨਾਂ ਨੇ ਟੈਂਟ ਇਕੱਠਾ ਕਰਕੇ ਦਿਖਾਤਾ ਨਾ, ਸਾਡੇ ਅੰਦਰ ਵੀ ਜਾ ਕੇ ਦੇਖ ਲਓ, ਕੈਂਡੀਡੇਟ ਜਿਹੜਾ ਪੋਲਿੰਗ ਏਜੰਟ ਹੁੰਦਾ ਹੈ ਉਹ ਇੱਕੋ ਹੀ ਬੈਠਾ ਹੈ, ਇੱਕੋ ਹੀ ਵੋਟਰ ਸੂਚੀ ਚੱਲ ਰਹੀ ਹੈ, ਸਾਰਾ ਪਿੰਡ ਵੋਟ ਪਾ ਕੇ ਆ ਰਿਹਾ, ਕੋਈ ਟੈਨਸ਼ਨ ਨਹੀਂ ਕਿਸੇ ਪ੍ਰਕਾਰ ਦੀ। ਹਾਂ ਤੁਹਾਡੇ ਪਿੰਡ 'ਚ ਵੀ ਪਾਰਟੀਬਾਜ਼ੀ ਹੈਗੀਆਂ ਨੇ ਜਾਂ ਨਹੀਂ? ਨਹੀਂ ਸਾਡੇ ਪਿੰਡ 'ਚ ਕੋਈ ਪਾਰਟੀਬਾਜ਼ੀ ਨਹੀਂ, ਕੋਈ ਪਾਰਟੀਬਾਜ਼ੀ ਨਹੀਂ। ਚਲੋ ਵੋਟਾਂ ਹੁੰਦੀਆਂ ਨੇ, ਕਿਸੇ ਨੇ ਕਿਸੇ ਨੂੰ ਪਾਉਣੀਆਂ, ਕਿਸੇ ਨੇ ਕਿਸੇ ਨੂੰ ਪਾਉਣੀਆਂ, ਉਹ ਆਪਦਾ ਦਿਲ ਹੈ ਨਾ। ਵੋਟ ਦਾ ਜੀ ਸਭ ਦਾ ਅਧਿਕਾਰ ਹੈ ਨਾ, ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਰਿਹਾ ਵੀ ਫਲਾਣੇ ਨੂੰ ਪਾਓ, ਉਹ ਆਪਦਾ ਅਧਿਕਾਰ ਹੈ, ਉਹ ਅਗਲਾ ਨੂੰ ਇਸਤੇਮਾਲ ਕਰਨ ਦਿਓ। ਅੱਛਾ ਜਦੋਂ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ ਤੇ ਉਦੋਂ ਤਾਂ ਦੋ ਧੜਿਆਂ 'ਚ ਪਿੰਡ ਹੁੰਦਾ ਹੋਊਗਾ ਕਿ ਇਧਰਲੇ ਸਾਡੇ ਵਾਲੇ ਪਾਸੇ ਦੇ ਨੇ ਇਹ ਸਰਪੰਚ, ਦੂਜੀ ਧਿਰ ਵਾਲਾ ਸਰਪੰਚ ਕਹਿੰਦਾ ਸਾਡੇ ਵਾਲੇ ਪਾਸੇ ਦੇ ਨੇ। ਨਹੀਂ ਬਟ ਸਾਡੇ ਨਹੀਂ ਇੰਨਾ ਹੁੰਦਾ ਜੀ, ਟੈਂਟ ਜ਼ਰੂਰ ਦੋ ਲੱਗੇ ਹੁੰਦੇ ਨੇ, ਬਟ ਇੱਧਰਲੇ ਉੱਧਰ ਚਲੇ ਜਾਂਦੇ ਨੇ, ਉੱਧਰ ਇੱਧਰ ਆ ਜਾਂਦੇ ਨੇ, ਕੋਈ ਚੱਕਰ ਨਹੀਂ ਹੁੰਦਾ। ਸਰਪੰਚੀ ਵੇਲੇ ਵੀ ਤੁਹਾਨੂੰ ਬੁਲਾਵਾਂਗੇ, ਦਿਖਾਵਾਂਗੇ ਤੁਹਾਨੂੰ ਵੀ ਇੱਕ ਲੰਗਰ ਵੀ ਜਾ ਕੇ ਆਏ ਹੋਗੇ ਤਾਂ ਦੇਖ ਲਓ, ਉੱਥੇ ਕੋਈ ਪੁਲਿਸ ਮੁਲਾਜ਼ਮ ਖੜਾ ਹੈ ਕੋਈ, ਤੁਸੀਂ ਜਾ ਕੇ ਆਏ ਹੋਗੇ। ਬਾਕੀ ਮੈਂ ਕਮਾਲਪੁਰ ਵੀ ਜਾ ਕੇ ਆਇਆ, ਮੈਂ ਵੀ ਜਾ ਕੇ ਆਇਆ ਸਵੇਰੇ ਮਾਰਨਿੰਗ, ਤੇ ਉੱਥੇ ਮੈਂ ਜਿੱਥੇ ਪੋਲਿੰਗ ਬੂਥ ਲੱਗੇ ਹੋਏ ਨੇ ਉੱਥੇ 3-4 ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਵੀ ਕਿਤੇ ਕੋਈ ਝਗੜਾ ਵਗੈਰਾ ਨਾ ਹੋ ਜੇ। ਦੇਖ ਲਓ ਉੱਥੇ ਕੋਈ ਹੈ ਨੇੜੇ ਤੇੜੇ ਤੁਹਾਡੇ ਕੋਲ, ਠੀਕ ਹੈ। ਇਹ ਸਾਡਾ ਇੱਕ ਸਾਂਝਾ ਉਹ ਸਾਡਾ ਦੇਖੋ ਲੰਗਰ ਤਿਆਰ ਹੋ ਰਿਹਾ ਜੀ, ਸਾਰਾ ਸਭ ਦਾ ਸਾਂਝਾ ਇਕੱਠਾ ਜੀ। ਹਾਂ ਆਓ ਤੇ ਛਕੋ, ਵੋਟ ਪਾਓ, ਜਾਓ। ਕਿਆ ਬਾਤ ਹੈ, ਇਹ ਇੱਕ ਬਹੁਤ ਵੱਖਰੀ ਪਹਿਲ ਬਾਈ ਨੇ ਹੁਣ ਦੱਸੀ ਹੈ, ਮੈਨੂੰ ਦਿਖਾ ਦਿਓ ਕਿ ਉੱਥੇ ਲੰਗਰ ਤਿਆਰ ਹੋ ਰਿਹਾ। ਜਿਹੜਾ ਵੀ ਕੋਈ ਵੀ ਪਾਰਟੀ ਦਾ ਆਉਂਦਾ, ਕੋਈ ਵੀ ਧਰਮ ਜਾਂ ਜਾਤੀ ਦਾ ਆਉਂਦਾ, ਐਸਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਕਹਿੰਦੇ ਇੱਕ ਪੰਕਤ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਲੰਗਰ ਛਕਾਇਆ ਜਾਂਦਾ ਤੇ ਫਿਰ ਵੋਟ ਪਵਾਈ ਜਾਂਦੀ ਆ। ਬਈ ਇਹ ਵਿਚਾਰ ਕਿੱਥੋਂ ਆਇਆ ਕਿ ਲੰਗਰ ਵੀ ਲਾ ਦਿੱਤਾ ਜਾਵੇ, ਕੋਈ ਵੀ ਪਾਰਟੀ ਦਾ ਆਵੇ ਇੱਥੋਂ ਲੰਗਰ ਛਕ ਕੇ ਤੇ ਫਿਰ ਵੋਟ ਪਾਉਣ ਜਾਵੇ? ਬਸ ਮੇਰੇ ਫਾਦਰ ਸਾਹਿਬ ਦੀ ਸੋਚਦੀ ਹੈ। ਹਾਂਜੀ ਹਾਂ। ਲੱਗਦਾ ਬਾਈ ਕਿ ਜਿਵੇਂ ਤੁਸੀਂ ਨੌਜਵਾਨ ਹੋ, ਨੌਜਵਾਨ ਸਰਪੰਚ ਦੀ ਇੱਕ ਸੋਚ ਵੱਖਰੀ ਜੀ ਹੈ ਕਿ ਜੇਕਰ ਨੌਜਵਾਨ ਅੱਗੇ ਆਉਣ ਤੁਹਾਡੇ ਵਰਗੇ ਹੋਰ, ਤਾਂ ਸਾਰੇ ਪਿੰਡਾਂ 'ਚੋਂ ਜਿਹੜਾ ਵਿਰੋਧ ਹੈ ਉਹ ਖਤਮ ਹੋ ਸਕੇ, ਇੱਕ ਦੂਜੇ ਨਾਲ ਜਿਹੜਾ ਅਸੀਂ ਪਾੜਦੇ ਹਾਂ ਉਹ ਚੀਜ਼ ਖਤਮ ਹੋ ਜਾਂਦੀ ਹੈ ਜੇਕਰ ਤੁਹਾਡੇ ਵਰਗੇ ਨੌਜਵਾਨ ਅੱਗੇ ਆਉਣ। ਬਿਲਕੁਲ ਜੀ, ਜਿੰਨਾ ਟਾਈਮ ਨਵੀਂ ਪੀੜ੍ਹੀ, ਨਵੇਂ ਮੁੰਡੇ ਮਤਲਬ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ, ਅੱਗੇ ਨਹੀਂ ਆਉਂਦੇ, ਉਹਨਾਂ ਟਾਈਮ ਮੈਨੂੰ ਨਹੀਂ ਲੱਗਦਾ ਵੀ ਚੇਂਜ ਹੋਊਗਾ। ਇਹ ਚੇਂਜ ਕਰਨ ਵਾਸਤੇ ਨਵੀਂ ਸੋਚ ਵਾਲੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ, ਨਵੇਂ ਮੁੰਡੇ ਨੂੰ ਅੱਗੇ ਆਉਣਾ ਚਾਹੀਦਾ, ਤਦ ਹੀ ਚੇਂਜ ਹੋ ਸਕਦਾ ਹੈ। ਹਾਂਜੀ। ਤੇ ਬਈ ਸਿਆਸੀ ਪਾਰਟੀਆਂ ਕਿੰਨੀਆਂ ਕੁ ਤੁਹਾਡੇ ਤੱਕ ਪਹੁੰਚ ਕਰਦੀਆਂ ਨੇ ਕਿ ਉੱਥੇ ਮੈਂ ਬੋਰਡ ਦੇਖਿਆ ਕਿਸਾਨ ਯੂਨੀਅਨ ਦਾ ਲਾਇਆ ਹੋਇਆ ਤੁਸੀਂ ਕਿ ਸਾਡੇ ਪਿੰਡ 'ਚ ਪਹਿਲਾਂ ਤਾਂ ਲੱਗਿਆ ਹੋਇਆ ਮੇਰੇ ਖਿਆਲ ਨਾਲ ਕਿ ਕੋਈ ਰਾਜਨੀਤਿਕ ਲੀਡਰ ਨਾ ਆਵੇ, ਤੇ ਹਾਂ ਉਦੋਂ ਤੱਕ ਕਿੰਨੀ ਕੁ ਪਹੁੰਚ ਤੁਹਾਡੇ ਤੱਕ ਬਣੀ ਸੀ ਕਿ ਸਾਡਾ ਫੇਰਾ ਪਵਾਓ ਜੀ ਪਿੰਡ 'ਚ ਵੋਟਾਂ ਆ ਗਈਆਂ? ਸਾਰੀ ਆਏ ਸੀ, ਤਕਰੀਬਨ ਸਾਰੇ ਆਉਂਦੇ ਨੇ ਜੀ ਸਭ। ਹਾਂਜੀ ਸਰਪੰਚ ਤੱਕ ਤਾਂ ਸਾਰੀ ਅਪਰੋਚ ਕਰਦੇ ਨੇ। ਹਾਂਜੀ ਹਾਂ। ਫਿਰ ਪਿੰਡ ਵਾਲਿਆਂ ਦਾ ਕੀ ਫੈਸਲਾ ਸੀ ਉਦੋਂ? ਵੀ ਸਾਰਿਆਂ ਨੂੰ ਵੈਲਕਮ ਕਹੋ, ਕੋਈ ਗੱਲ ਨਹੀਂ ਜੀ, ਹਾਂ ਆ ਕੇ ਉਹਨਾਂ ਦੇ ਵਿਚਾਰ ਸੁਣੋ। ਸੋ ਨਿਰਣਾ ਤਾਂ ਲੋਕਾਂ ਨੇ ਕਰਨਾ ਵੀ ਕਿਹਨੂੰ ਪਾਉਣੀ ਹੈ। ਅੱਛਾ ਜਦੋਂ ਪਿੰਡ 'ਚ ਕੋਈ ਲੀਡਰ ਆਉਂਦਾ ਹੋਊਗਾ, ਪਿੱਛੇ ਚੋਣ ਪ੍ਰਚਾਰ ਵੇਲੇ ਇਕੱਠ ਹੁੰਦਾ ਹੋਊਗਾ, ਉਦੋਂ ਸਾਰਾ ਪਿੰਡ ਹੀ ਆ ਜਾਂਦਾ ਸੀ ਜਾਂ ਇਕੱਲੀ ਉਹ ਪਾਰਟੀ ਵਾਲੇ ਆਉਂਦੇ ਸੀ? ਹਾਂਜੀ ਜਿਹੜੇ ਹੁੰਦੇ ਸੀ ਘਰ ਹੁੰਦੇ ਸੀ, ਲੋਕ ਆ ਜਾਂਦੇ ਸੀ, ਸਾਰੇ ਆ ਜਾਂਦੇ ਸੀ ਜੀ। ਅੱਛਾ, ਸਭ ਦੇ ਵਿਚਾਰ ਸੁਣਦੇ ਸੀ। ਹਾਂਜੀ। ਤੇ ਇਹ ਇੱਕ ਵੱਖਰਾ ਜਿਹਾ ਸੁਨੇਹਾ ਪਿੰਡ ਦੇ ਵਿੱਚ ਬਾਈ ਹੋਰੀ ਮੈਨੂੰ ਦੱਸ ਰਿਹਾ ਕਿ ਕੋਈ ਵੀ ਪਾਰਟੀ ਦਾ ਰਾਜਨੀਤਿਕ ਲੀਡਰ ਆਉਂਦਾ ਤਾਂ ਸਾਡਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਕੋਈ ਇਹ ਨਹੀਂ ਹੈਗਾ ਕਿ ਇਹ ਅਕਾਲੀ ਦਲ ਦਾ ਲੀਡਰ ਹੈ, ਕੋਈ ਇਹ ਨਹੀਂ ਹੈਗਾ ਝਾੜੂ ਵਾਲਿਆਂ ਦਾ, ਕੋਈ ਇਹ ਨਹੀਂ ਹੈਗਾ ਕਾਂਗਰਸ ਦਾ, ਤੇ ਅਸੀਂ ਰਾਜਨੀਤਿਕ ਲੀਡਰਾਂ ਦੀ
ਨੀਤੀ ਨੂੰ ਨਹੀਂ ਸਮਝਦੇ, ਅਸੀਂ ਆਪਣੇ ਵਿਕਾਸ ਨੂੰ ਸਮਝਦੇ ਹਾਂ। ਬਾਈ ਜੀ ਪਿੰਡ ਵਾਲੇ ਵਿਕਾਸ ਨੂੰ ਸਮਝਦੇ ਆ ਕਿ ਕਿਹੜੀ ਪਾਰਟੀ ਨੂੰ ਵਿਕਾਸ ਵੋਟ ਪਾਵਾਂਗੇ ਤੇ ਵਿਕਾਸ ਵਧੀਆ ਹੋਊਗਾ, ਜਾਂ ਲੋਕ ਜਿਵੇਂ ਤੁਸੀਂ ਆਖਿਆ ਕਿ ਸਾਡੇ ਪਿੰਡ ਦੇ ਬਹੁਤ ਲੋਕ ਰਾਜਨੀਤਿਕ ਪੱਧਰ ਤੋਂ ਉੱਪਰਲੇ ਲੈਵਲ ਤੇ ਨੇ? ਮੇਰੇ ਖਿਆਲ 'ਚ ਹੀ ਨਾ ਐਕਚੁਅਲ ਦੇ ਵਿੱਚ ਪਾਰਟੀ ਮੈਟਰ ਨਹੀਂ ਕਰਦੀ, ਬੰਦਾ ਮੈਟਰ ਕਰਦਾ ਹੈ। ਸੋ ਪਿੰਡ ਲੋਕ ਵੀ ਜਿਵੇਂ ਪਿੰਡ ਦਾ ਸਰਪੰਚ ਚੁਣਦੇ ਨੇ ਉਹ ਵੀ ਬੰਦਾ ਦੇਖ ਕੇ, ਜੇ ਆਪਾਂ ਨੇ ਹੁਣ ਵੀ ਵੋਟ ਪਾਉਣੀ ਹੈ ਤਾਂ ਪਾਰਟੀ ਨਾ ਦੇਖੋ, ਬੰਦਾ ਦੇਖੋ। ਸੋ ਇਹ ਸੁਨੇਹਾ ਤੁਸੀਂ ਲੋਕਾਂ ਤੱਕ ਪਹੁੰਚਾਇਆ ਆਪਦੇ ਪਿੰਡ ਦੇ ਤੱਕ? ਹਾਂਜੀ ਹਾਂਜੀ, ਸਾਰੇ ਤਾਂ ਹੀ ਮਤਲਬ ਉਹੀ ਗੱਲ ਹੈ ਵੀ ਲੋਕ ਬੰਦੇ ਨੂੰ ਦੇਖ ਕੇ ਹੀ ਵੋਟ ਕਰਦੇ ਨੇ। ਮੈਨੂੰ ਲੱਗਦਾ ਵੀ ਹੁਣ ਪਾਰਟੀ ਨਹੀਂ ਕੋਈ ਦੇਖਦਾ, ਬੰਦਾ ਦੇਖਦਾ ਵੀ ਕੈਂਡੀਡੇਟ ਕਿਹੋ ਜਿਹਾ, ਉਹਦਾ ਚਰਿੱਤਰ ਦੇਖਦੇ ਨੇ ਵੀ ਕਿਵੇਂ ਦਾ ਬੰਦਾ। ਹਾਂਜੀ, ਕਿਵੇਂ ਦਾ ਹੌਸਲਾ ਤੇ ਲੋਕਾਂ ਦੇ ਵੱਲੋਂ ਸਹਿਯੋਗ ਮਿਲ ਰਿਹਾ ਤੁਹਾਨੂੰ? ਇੱਕ ਨਵੀਂ ਪਹਿਲ ਇਹ ਸਾਲ ਕੀਤੀ ਹੈ। ਹਾਂਜੀ ਬਹੁਤ ਵਧੀਆ ਲੱਗ ਰਿਹਾ। ਦੇਖੋ ਸਾਰੇ ਇਕੱਠੇ ਖੜੇ ਨੇ, ਸਾਰੇ ਆਏ ਨੇ, ਸਾਰੀਆਂ ਮਤਲਬ ਇਕੱਠੇ ਹੋਏ ਨੇ ਤੇ ਇਕੱਠੇ ਲੰਗਰ ਛਕਣਗੇ, ਸਾਰਾ ਵਧੀਆ। ਪਹਿਲਾਂ ਕੀ ਮਾਹੌਲ ਹੁੰਦਾ ਸੀ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ? ਪਹਿਲਾਂ ਦਾ ਮਾਹੌਲ ਕੀ? ਠੀਕ ਹੈ, ਤਕਰੀਬਨ ਸਾਡੇ ਪਿੰਡ ਕੋਈ ਐਡੀ ਗੱਲ ਨਹੀਂ ਹੁੰਦੀ ਜੀ, ਨਾਰਮਲ ਹੁੰਦਾ ਸਾਡੇ। ਹਾਂ ਅਲੱਗ ਲੱਗਦੇ ਸੀ ਜੀ, ਪਹਿਲਾਂ ਲੱਗ 3-4 ਟੈਂਟ ਲੱਗਦੇ ਸੀ, ਹੁਣ ਅਸੀਂ ਇਕੱਠਾ ਕਰਤਾ, ਸਾਰੇ ਇਕੱਠੇ ਹੋ ਗਏ। ਹਾਂਜੀ, ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਇੱਕ ਵੱਖਰਾ ਜਿਹਾ ਉਪਰਾਲਾ ਪਿੰਡ ਵਾਲਿਆਂ ਦੇ ਵੱਲੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮਕਸਦ ਇਹੀ ਸੀ ਕਿ ਦੇਸ਼ ਦੁਨੀਆ ਦੇ ਵਿੱਚ ਇਹ ਸੁਨੇਹਾ ਜਾ ਸਕੇ ਕਿ ਅਸੀਂ ਆਪਣੇ ਪਿੰਡ ਨੂੰ ਰਾਜਨੀਤਿਕ ਲੀਡਰਾਂ ਦੇ ਪਿੱਛੇ ਲੱਗ ਕੇ ਨਾ ਪਾੜੀਏ, ਅਲੱਗ-ਅਲੱਗ ਪੋਲਿੰਗ ਬੂਥ ਨਾ ਲਾਈਏ। ਕਈ ਪੋਲਿੰਗ ਬੂਥ ਇਹੋ ਜਿਹੇ ਵੀ ਹੁੰਦੇ ਆ ਪਿੰਡਾਂ ਦੇ ਵਿੱਚ ਜਿੱਥੇ ਇੱਕ ਧਿਰ ਦੀ ਦੂਜੀ ਧਿਰ ਨਾਲ ਲੜਾਈ ਹੋ ਜਾਂਦੀ ਹੈ, ਤੇ ਪਰ ਇਹ ਪਿੰਡ ਦੇ ਵਿੱਚ ਐਸਾ ਕੁਛ ਨਹੀਂ। ਬਾਈ ਹੋਰੀ ਦੱਸਦੇ ਆ ਕਿ ਜਦੋਂ ਸਾਡੇ ਪਿੰਡ ਸਰਪੰਚ ਵੀ ਚੁਣਦੇ ਆ ਨਾ, ਤਾਂ ਉਦੋਂ ਵੀ ਸਾਡੇ ਪਿੰਡ 21 ਬੂਥ ਲੱਗਦਾ ਜਦੋਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ। ਤੇ ਜਦੋਂ ਕੋਈ ਵੀ ਲੀਡਰ ਆਉਂਦਾ ਹੈ ਤਾਂ ਅਸੀਂ ਸਾਰਾ ਪਿੰਡ ਉਹਨੂੰ ਸੁਣਨ ਲਈ ਜਾਂਦੇ ਹਾਂ, ਕੋਈ ਵੀ ਪਾਰਟੀ ਹੋਵੇ। ਅਸੀਂ ਵਿਚਾਰਧਾਰਾ ਕਿਸੇ ਵੀ ਪਾਰਟੀ ਦੀ ਨਾਲ ਨਹੀਂ ਜੁੜੇ ਹੋਏ, ਅਸੀਂ ਦੇਖਦੇ ਹਾਂ ਤਾਂ ਸਿਰਫ ਔਰ ਸਿਰਫ ਚਿਹਰਾ ਦੇਖਦੇ ਹਾਂ ਕਿ ਕਿਹੜਾ ਵਧੀਆ ਕੰਮ ਕਰ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ। ਅੱਜ ਇੱਕ ਪੰਜਾਬ ਦੇ ਐਸੇ ਪਿੰਡ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਕੋਈ ਵੀ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਨਹੀਂ ਲੱਗਦੇ। ਸਾਰਾ ਪਿੰਡ ਇਕਮੁੱਠ ਹੋ ਕੇ ਬੂਥ ਦੇ ਉੱਤੇ ਬਹਿੰਦਾ ਹੈ। ਕਿਸੇ ਵੀ ਪਾਰਟੀ ਦਾ ਕੋਈ ਸਪੈਸ਼ਲ ਪੋਲਿੰਗ ਬੂਥ ਨਹੀਂ ਲੱਗਦਾ। ਤਸਵੀਰਾਂ ਦੇਖ ਸਕਦੇ ਹੋ ਕਿ ਸਾਰੇ ਪਾਰਟੀਆਂ ਦੇ ਬੈਨਰ ਤਾਂ ਲੱਗੇ ਹੋਏ ਹੈ, ਪਰ ਸਾਰਾ ਪਿੰਡ ਇਕਜੁੱਟਤਾ ਦੇ ਵਿੱਚ ਹੈ। ਕਾਰਨ ਕੀ ਹੈ ਇਹਦੇ ਪਿੱਛੇ ਦਾ? ਕਿ ਕਈ ਬੂਥਾਂ ਦੇ ਵਿੱਚ ਤਾਂ ਅਸੀਂ ਪਿੰਡਾਂ ਦੇ ਵਿੱਚ ਦੇਖਿਆ ਕਿ ਲੜਾਈਆਂ ਹੋ ਜਾਂਦੀਆਂ ਨੇ ਇੱਕ ਪਾਰਟੀ ਦੀ ਦੂਜੇ ਪਾਰਟੀ ਦੇ ਬੂਥ ਨਾਲ, ਪਰ ਇਹ ਪਿੰਡ ਦੇ ਵਿੱਚ ਐਸਾ ਕੁਝ ਦੇਖਣ ਨੂੰ ਨਹੀਂ ਮਿਲਦਾ। ਇਹ ਪਿੰਡ ਸੂਲਰ ਜ਼ਿਲ੍ਹਾ ਸੰਗਰੂਰ ਤੇ ਹਲਕਾ ਦਿੜਬਾ ਦਾ ਪਿੰਡ ਹੈ। ਇਹ ਗੱਲਬਾਤ ਕਰ ਲੈਂਦੇ ਸਰਪੰਚ ਸਾਹਿਬ ਨਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵੀਰੇ। ਸਤਿ ਸ਼੍ਰੀ ਅਕਾਲ। ਕੀ ਕਾਰਨ ਹੈ ਕਿ ਇਸ ਪਿੰਡ ਦੇ ਵਿੱਚ ਵੱਖਰੇ ਬੂਥ ਦੇਖਣ ਨੂੰ ਨਹੀਂ ਮਿਲਦੇ? ਇੰਨੀ ਇਕਜੁੱਟਤਾ ਕਿਵੇਂ ਹੈ? ਇਹ ਬਾਈ ਜੀ ਇਕਜੁੱਟਤਾ ਦਾ ਪ੍ਰਤੀਕ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਮਤਲਬ ਆਪਾਂ ਨੂੰ ਹੁਣ 70 ਸਾਲ ਹੋ ਗਏ, ਆਪਾਂ ਮਤਲਬ ਆਪਸ 'ਚ ਲੜਦੇ ਭਿੜਦੇ ਪਾਰਟੀਆਂ ਦਾ ਮਤਲਬ ਕੁਛ ਨਹੀਂ ਜਾਂਦਾ ਹੈ ਨਾ। ਸੋ ਇਹ ਹੈ ਵੀ ਸਾਰੇ ਇੱਕ ਮੰਚ 'ਤੇ ਇਕੱਠੇ ਹੋਈਏ ਵੀ ਵੋਟ ਦੇਖੋ ਸਭ ਨੂੰ ਹੱਕ ਹੈ ਆਪਦੀ ਵੋਟ ਦਾ, ਵੀ ਕੋਈ ਕਿਤੇ ਮਰਜ਼ੀ ਪਾਓ, ਕੋਈ ਚੱਕਰ ਨਹੀਂ। ਬਟ ਆਪਾਂ ਨੇ ਇੱਕ ਰਹਿਣਾ। ਵੋਟਾਂ ਤਾਂ ਜਾਂਦੀਆਂ ਆਉਂਦੀਆਂ ਰਹਿੰਦੇ ਨੇ 5 ਸਾਲ ਬਾਅਦ, ਕੋਈ ਆ ਗਿਆ ਕਦੇ ਕੋਈ ਚਲਾ ਗਿਆ, ਬਟ ਆਪਾਂ ਨੇ ਪਿੰਡ ਨੂੰ ਇੱਕ ਮੰਚ 'ਤੇ ਖੜਾ ਕਰਨਾ ਹੈ, ਇਕੱਠੇ ਰਹਿਣਾ ਜੀ। ਹਾਂਜੀ, ਪਹਿਲਾਂ ਵੀ ਜਦੋਂ ਕੋਈ ਸਿਆਸੀ ਲੀਡਰ ਆਉਂਦਾ, ਜਿਵੇਂ ਇਹ ਹੁੰਦਾ ਕਿ ਪਿੰਡ ਵਾਲੇ ਧੜਿਆਂ 'ਚ ਵੰਡਿਆ ਹੁੰਦਾ ਪਿੰਡ, ਇਹ ਪਿੰਡ ਦੇ ਵਿੱਚ ਵੀ ਐਸੀ ਗੱਲਬਾਤ ਹੈਗੀ ਕਿਉਂਕਿ ਧੜਿਆਂ ਦੇ ਵਿੱਚ ਵੰਡਿਆ ਹੋਵੇ? ਨਹੀਂ ਜੀ ਬਿਲਕੁਲ। ਸਾਡੇ ਸਰਪੰਚ ਹੋਣ ਦੇ ਨਾਲ ਸਾਡੇ ਕੋਲ ਹਰ ਇੱਕ ਬੰਦਾ ਕੈਂਡੀਡੇਟ ਅਪਰੋਚ ਕਰਦਾ ਹੈ, ਬਟ ਅਸੀਂ ਸਾਰਿਆਂ ਨੂੰ ਆਦਰ ਸਨਮਾਨ ਦਿੰਦੇ ਹਾਂ, ਸਭ ਦਾ ਵੈਲਕਮ ਕਰਦੇ ਹਾਂ ਵੀ ਹਾਂਜੀ ਤੁਸੀਂ ਆਓ, ਕੋਈ ਗੱਲ ਨਹੀਂ। ਵੋਟਾਂ ਮੰਗਣਾ ਕਿਉਂਕਿ ਹੱਕ ਹੈ ਨਾ ਉਹਨਾਂ ਦਾ, ਸਾਡੇ ਕੋਲ ਆਉਂਦੇ ਨੇ ਤੇ ਸਭ ਨੂੰ ਅਸੀਂ ਰਿਸਪੈਕਟ ਦਿੰਦੇ ਹਾਂ। ਹਾਂਜੀ ਭਾਈ, ਜੇ ਆਪਾਂ ਤੁਹਾਡੇ ਨਾਲ ਗੱਲ ਕਰੀਏ, ਜਦੋਂ ਇਹ ਸ਼ੁਰੂਆਤ ਕਦੋਂ ਹੁੰਦੀ ਹੈਗੀ ਕਿ ਅਸੀਂ ਇੱਕ ਸਾਂਝਾ ਬੂਥ ਲਾਉਣਾ ਪਿੰਡ ਦਾ, ਕੋਈ ਪਾਰਟੀ ਨਹੀਂ ਹੋਊ, ਕੋਈ ਸਿਆਸੀ ਪਾਰਟੀ ਦਾ ਅਲੱਗ ਬੂਥ ਨਹੀਂ ਲੱਗੂਗਾ, ਇਹ ਸ਼ੁਰੂਆਤ ਕਦੋਂ ਹੋਈ ਹੈ? ਇਹ ਇਸ ਸਾਲ ਹੀ ਸ਼ੁਰੂਆਤ ਹੋਈ ਹੈ ਜਾਂ ਪਹਿਲਾਂ ਦੀ ਹੋਈ ਹੈ? ਨਹੀਂ ਬਾਈ ਜੀ, ਇਸ ਸਾਲ ਪਹਿਲੀ ਵਾਰ ਹੋਇਆ ਇਹ। ਹਾਂ, ਤੇ ਅਸੀਂ ਪਰਸੋਂ ਇਹ ਵਿਚਾਰ ਕੀਤਾ ਸੀ ਸਰਪੰਚ ਸਾਹਿਬ ਕੋਲ ਬੈਠ ਕੇ ਵੀ ਆਪਾਂ ਨੇ ਪੋਲਿੰਗ ਬੂਥ ਅਲੱਗ-ਅਲੱਗ ਨਹੀਂ ਲਾਉਣੇ, ਤੇ ਸਾਰੇ ਪਿੰਡ ਨੇ ਇੱਕ ਥਾਵੇਂ ਬੈਠਣਾ ਹੈ। ਚਲੋ ਜੋ ਬੈਠਦਾ ਬੈਠੋ, ਜਿਹਨੇ ਵੋਟ ਪਾ ਕੇ ਜਾਣਾ ਚਲੇ ਜਾਓ। ਤੇ ਕਿਸੇ ਨੂੰ ਸਾਡੇ ਪਿੰਡ 'ਚੋਂ ਕਿਸੇ ਨੇ ਵੋਟ ਨੂੰ ਨਹੀਂ ਕਿਹਾ, ਕਿਸੇ ਦੀ ਸਪੋਰਟ ਵਾਸਤੇ ਨਹੀਂ ਕਿਹਾ। ਜੋ ਵੀ ਕੈਂਡੀਡੇਟ ਆਏ ਨੇ ਸਾਡੇ ਸਰਪੰਚ ਸਾਹਿਬ ਕੋਲ ਆਉਂਦੇ ਨੇ, ਤੇ ਸਾਰਾ ਪਿੰਡ ਇੱਕ ਬੈਂਚ ਦੀਆਂ, ਕੋਈ ਚਿੰਤਾ ਨਹੀਂ। ਤੇ ਬਾਈ ਜੀ, ਜੇ ਆਪਾਂ ਤੁਹਾਡੇ ਨਾਲ ਗੱਲ ਕਰ ਲਈਏ ਕਿ ਜਿਵੇਂ ਹੁਣ ਇਹਨਾਂ ਨੇ ਆਖਿਆ ਕਿ ਸਾਂਝਾ ਬੂਥ ਇੱਥੇ ਲੱਗਦਾ, ਕਦੇ ਹੁਣ ਜਿਵੇਂ ਅੱਜ ਇੱਥੇ ਬੈਠੇ ਹੋ ਤੁਸੀਂ, ਤੇ ਇਹ ਤਾਂ ਨਹੀਂ ਹੈਗਾ ਕਿ ਦਫਾੜ ਹੋਇਆ ਪਿੰਡ ਕਿ ਕਿਸ ਤਰੀਕੇ ਨਾਲ ਅਣਬਣ ਹੋਵੇ, ਆਪਸ ਵਿੱਚ ਕੇ ਰਲ ਕੇ ਨਾ ਬਹਿੰਦੇ ਹੋਣ? ਨਹੀਂ ਐਸਾ ਕੁਝ ਵੀ ਨਹੀਂ ਹੈ। ਦੇਖੋ ਇਹ ਇੱਕ ਬਹੁਤ ਵੱਡਾ ਮੈਸੇਜ ਜਾਊਗਾ ਪੂਰੀ ਦੁਨੀਆ ਦੇ ਵਿੱਚ, ਠੀਕ ਹੈ। ਵੈਸੇ ਹੋਣਾ ਵੀ ਹਰ ਇੱਕ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਹੀ ਕੁਝ ਹੋਣਾ ਚਾਹੀਦਾ। ਵੋਟਾਂ ਤਾਂ ਹਰ ਸਾਲ ਆਉਂਦੀਆਂ, 5 ਸਾਲ ਬਾਅਦ ਆਉਂਦੀਆਂ ਨੇ, ਪਰ ਜੇ ਆਪਾਂ ਪਿੰਡ ਦੇ ਵਿੱਚ ਵੋਟਾਂ ਪਾਉਣ ਲੱਗੇ ਆਪ 'ਚ ਫੜ ਹੋ ਜਾਵਾਂਗੇ ਤਾਂ ਉਹ ਪਿੰਡ ਦਾ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਅਤੇ ਇਸ ਲਈ ਸਾਨੂੰ ਸਾਰਿਆਂ ਨੇ ਇਹ ਸਰਪੰਚ ਸਾਹਿਬ ਨਾਲ ਪਰਸੋਂ ਮਿਲ ਕੇ ਗੱਲਬਾਤ ਕਰੀ ਅਸੀਂ ਨੇ ਵੀ ਆਪਾਂ ਇੱਕ ਹੀ ਟੈਂਟ ਲਾਵਾਂਗੇ, ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਪਣਾ ਫਲੈਗ ਲੱਗ, ਜੋ ਜਿਹਨੇ ਵੋਟ ਜਿਹਨੂੰ ਮਰਜ਼ੀ ਪਾਉਣੀ ਕਿਸੇ ਨੇ ਪਾਈ ਜਾਵੇ, ਬਸ ਇੱਕ ਹੀ ਤੇ ਰਹਾਂਗੇ। ਅੱਛਾ ਬਾਈ, ਇਹ ਵੀ ਗੱਲ ਹੁੰਦੀ ਹੈ ਕਿ ਝਾੜੂ ਵਾਲਾ ਵੀ ਇੱਥੇ ਹੀ ਬੈਠਾ ਹੈ
ਤੇ ਜੇ ਕਾਂਗਰਸੀਆਂ ਦੀ ਗੱਲ ਕਰ ਲਈ ਉਹ ਵੀ ਇੱਥੇ ਬੈਠਾ, ਅਕਾਲੀ ਦਲ ਵਾਲੇ ਵੀ ਇੱਥੇ ਬੈਠੇ। ਲੱਗਦਾ ਹੈ ਕਿ ਇਹ ਚੀਜ਼ ਜਿਹੜੇ ਲੀਡਰ ਨੇ ਆਪਸ 'ਚ ਪੜਾ ਦਿੰਦੇ ਆ ਸਾਨੂੰ ਅਲੱਗ-ਅਲੱਗ ਧਰਮਾਂ ਦੇ ਨਾਂ ਤੇ, ਕੋਈ ਜਾਤੀ ਨਾਂ ਤੇ, ਉਹਨਾਂ ਤੱਕ ਇਹ ਬਹੁਤ ਵੱਡਾ ਸੁਨੇਹਾ ਪਹੁੰਚੂਗਾ ਤੁਹਾਡਾ? ਬਿਲਕੁਲ ਜੀ ਬਿਲਕੁਲ। ਇਹ ਮਤਲਬ ਸਾਰੀ ਦੁਨੀਆ ਦੇ ਵਿੱਚ ਹੀ ਮੈਸੇਜ ਆਊਗਾ ਵੀ ਦੇਖੋ ਵੀ ਮਤਲਬ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਆਪਦਾ ਪਿੰਡ ਦੀ ਅਖੰਡਤਾ ਨਾ ਉਹ ਕਰੋ, ਅਲੱਗ ਨਾ ਹੋ, ਇਕੱਠੇ ਰਹੋ। ਇਹ ਮੈਸੇਜ ਜਾਊਗਾ ਜੀ ਸਾਰੀ ਦੁਨੀਆ ਦੇ ਵਿੱਚ। ਲੱਗਦਾ ਹੈ ਕਿ ਜਿਵੇਂ ਹੁਣ ਤੁਸੀਂ ਇੱਥੇ ਸਾਂਝਾ ਬੈਠੇ ਹੋ ਕਿ ਪਿੰਡ ਦੀ ਇਕਜੁੱਟਤਾ ਵੀ ਨਜ਼ਰ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਹੁਣ ਇਹ ਸੰਦੇਸ਼ ਸਾਰੀ ਦੇਸ਼ ਦੁਨੀਆ ਦੇ ਵਿੱਚ ਜਾਊਗਾ ਅਗਲੇ 5 ਸਾਲਾਂ ਨੂੰ ਫਿਰ ਲੋਕ ਇਸ ਤਰੀਕੇ ਨਾਲ ਹੀ ਤੁਹਾਡੀ ਰੀਸ ਕਰਕੇ ਆਪਣੇ ਪਿੰਡ ਦੇ ਵਿੱਚ ਇੱਕ ਸਾਂਝਾ ਬੂਥ ਲਾਉਣਗੇ। ਹਾਂਜੀ ਬਿਲਕੁਲ ਵੀਰੇ, ਇਹੀ ਰੀਤ ਚੱਲੂਗੀ ਅੱਗੇ। ਅੱਛਾ, ਹਾਂਜੀ। ਤੇ ਬਾਈ ਜੀ ਕਿਸੇ ਵੱਲੋਂ ਵਿਰੋਧ ਤਾਂ ਨਹੀਂ ਹੋਇਆ ਹੈਗਾ ਕਿ ਅਸੀਂ ਅਲੱਗ ਬੂਥ ਲਾਵਾਂਗੇ ਜੀ ਆਪਦਾ, ਤੇ ਤੁਸੀਂ ਆਪਦਾ ਜਿਵੇਂ ਤੁਹਾਡੀ ਵਿਚਾਰਧਾਰਾ ਹੈਗੀ ਹੈ ਤੁਸੀਂ ਆਪਣੀ ਵਿਚਾਰਧਾਰਾ ਰੱਖੋ, ਕੋਈ ਐਸਾ ਵਿਰੋਧ ਹੋਇਆ ਹੋਵੇ? ਨਹੀਂ ਬਾਈ ਜੀ, ਹੋਰ ਗੱਲ ਹੈ ਵੀ ਚਲੋ ਪਹਿਲਾਂ ਹੁੰਦਾ ਹਰ ਇੱਕ ਨੂੰ, ਚਲੋ ਹੁੰਦੀਆਂ ਨੇ ਪਾਰਟੀਆਂ ਅਲੱਗ-ਅਲੱਗ ਨੇ, ਕੈਂਡੀਡੇਟ ਅਲੱਗ-ਅਲੱਗ ਨੇ, ਤੇ ਅਸੀਂ ਬੈਠ ਕੇ ਇਹ ਵਿਚਾਰ ਕੀਤਾ ਸੀ। ਅੱਛਾ, ਕਿੰਨੇ ਕੁ ਫਿਰ ਸਹਿਮਤ ਹੋਏ ਸੀ, ਕਿੰਨੇ ਕੁ ਸਹਿਮਤ ਨਹੀਂ? ਸਾਰਾ ਪਿੰਡ ਸਹਿਮਤ ਹੈ, ਕੋਈ ਇੱਕ ਵੀ ਬੰਦਾ ਇਹ ਜਾਂ ਨਹੀਂ ਵੀ ਜਿਹੜਾ ਇਹ ਗੱਲ ਕਹਿੰਦਾ ਵੀ ਮੈਂ ਅਲੱਗ ਬੈਠਣਾ ਹੈ ਜਾਂ ਮੈਂ ਤੁਹਾਡੇ। ਵੈਸੇ ਤਾਂ ਸਾਡੇ ਪਿੰਡ 'ਚੋਂ ਤੁਸੀਂ ਹੁਣ ਸਾਰਾ ਨਗਰ ਹੀ ਖੜਾ ਹੈ, ਠੀਕ ਹੈ ਨਾ, ਕਿਸੇ ਦਾ ਇਹ ਨਹੀਂ ਪਤਾ ਵੀ ਕੌਣ ਕਿਹਨੂੰ ਵੋਟ ਪਾ ਰਿਹਾ ਨਾ। ਉਰੇ ਜਿੰਨੀ ਹੁਣ ਮੰਨ ਲਓ ਪਿੰਡ ਦੀ ਵੋਟ ਖੜੀ ਹੈ, ਕਿਸੇ ਦਾ ਇੱਕ ਦੂਜੇ ਨੂੰ ਨਹੀਂ ਪਤਾ ਵੀ ਕਿਹੜਾ ਕਿਹਨੂੰ ਵੋਟ ਪਾ ਰਿਹਾ ਨਾ, ਕਿਸੇ ਨੇ ਕਿਹਾ ਇੱਕ ਦੂਸਰੇ ਨੂੰ। ਜੋ ਵੀ ਕੈਂਡੀਡੇਟ ਆਏ ਨੇ ਸਾਰਾ ਪਿੰਡ ਸਾਡਾ ਇਕੱਠਾ ਹੁੰਦਾ, ਕੋਈ ਗੱਲ ਨਹੀਂ, ਵਿਚਾਰ ਸਭ ਦੇ ਸੁਣੇ ਨੇ, ਜੋ ਸਵਾਲ ਤੀ ਅਸੀਂ ਕੀਤੇ ਨੇ, ਬਾਕੀ ਤੁਸੀਂ ਦੇਖ ਹੀ ਲਿਆ ਪਿੰਡ ਦਾ। ਕਾਰਨ ਕੀ ਰਹਿੰਦਾ? ਕਈ ਪੋਲਿੰਗ ਬੂਥਾਂ ਤੇ ਤਾਂ ਗੋਲੀ ਵੀ ਚੱਲ ਜਾਂਦੀ ਹੁੰਦੀ ਆ, ਉਹਦਾ ਕੀ ਕਾਰਨ ਹੁੰਦਾ ਹੈ? ਨਹੀਂ ਕਾਰਨ ਪਤਾ ਕੀ ਹੁੰਦਾ, ਉਹ ਪਾਰਟੀਬਾਜ਼ੀਆਂ ਹੁੰਦੀਆਂ ਨੇ ਪਿੰਡਾਂ 'ਚ, ਵੱਡੇ ਪਿੰਡਾਂ 'ਚ ਹੋ ਜਾਂਦਾ। ਸਾਡਾ ਤਾਂ ਪਿੰਡ ਹੀ ਛੋਟਾ, ਸਾਡਾ ਜੀ ਪਾਰਟੀਬਾਜ਼ੀ ਖਤਮ ਕਰਨੀ ਸਭ ਤੋਂ ਵੱਡੀ ਪਹਿਲ ਕਦਮੀ ਤੁਹਾਡੇ, ਤੁਸੀਂ ਵਧਾਈ ਦੇ ਪਾਤਰ ਨੂੰ, ਤੁਹਾਡਾ ਪਿੰਡ ਵਧਾਈ ਦਾ ਪਾਤਰ ਹੈ ਕਿ ਤੁਸੀਂ ਪਾਰਟੀਬਾਜ਼ੀ ਖਤਮ ਕਰ ਰਹੇ ਹੋ, ਹਨਾ। ਤੇ ਇੱਕ ਮੇਰੇ ਸਵਾਲ ਆ ਰਿਹਾ ਮਨ 'ਚ, ਚਲੋ ਸਵਾਲ ਵੀ ਕੀ ਹੈ, ਮੇਰੇ ਮਨ 'ਚ ਵਿਚਾਰ ਆ ਰਿਹਾ ਹੈ ਵੀ ਇਹ ਤਾਂ ਚਲੋ ਉੱਪਰਲੇ ਪੱਧਰ ਤੇ ਆ ਗਿਆ, ਇੰਨਾ ਜ਼ੋਰ ਨਹੀਂ ਲੱਗਦਾ ਪਿੰਡਾਂ ਤੇ, ਵੱਡੇ ਪਿੰਡਾਂ 'ਚ ਤਾਂ ਹੋ ਜਾਂਦਾ, ਸਾਡਾ ਪਿੰਡ ਛੋਟਾ ਹੈ। ਅੱਜ ਤੱਕ ਕਦੇ ਸਰਪੰਚੀ ਵੇਲੇ ਵੀ ਲੜਾਈ ਨਹੀਂ ਹੋਈ ਸਾਡੇ ਪਿੰਡ 'ਚ ਅੱਜ ਤੱਕ, ਤੂੰ ਮੈਂ ਨਹੀਂ ਹੋਈ, ਅਸੀਂ ਇੱਕੋ ਬੈਂਚ ਤੇ ਬਹਿਨੇ ਆ ਸਾਰਾ ਪਿੰਡ। ਹੁਣ ਸਾਡੇ ਪੋਲਿੰਗ ਏਜੰਟ ਵੀ ਇੱਕ ਬੈਠਾ ਹੈ, ਹਾਂ, ਕੋਈ ਕਿਸੇ ਮੰਨ ਲਓ ਇੱਕ ਕੈਂਡੀਡੇਟ ਦਾ ਬਿਠਾਇਆ ਹੋਇਆ ਨਹੀਂ ਬੈਠਿਆ, ਸਾਰਿਆਂ ਦਾ ਸਾਂਝਾ ਇੱਕੋ ਹੀ ਬੈਠਾ ਹੈ, ਜਾ ਕੇ ਦੇਖ ਲਓ। ਹਾਂ, ਤੇ ਇਹ ਤਸਵੀਰਾਂ ਦਿਖਾ ਦਿਓ ਇੱਕ ਵਾਰ ਪੋਲਿੰਗ ਬੂਥ ਦੀਆਂ ਉੱਪਰ ਦੀਆਂ। ਚਲੋ ਬਾਹਰ ਇਹਨਾਂ ਨੇ ਟੈਂਟ ਇਕੱਠਾ ਕਰਕੇ ਦਿਖਾਤਾ ਨਾ, ਸਾਡੇ ਅੰਦਰ ਵੀ ਜਾ ਕੇ ਦੇਖ ਲਓ, ਕੈਂਡੀਡੇਟ ਜਿਹੜਾ ਪੋਲਿੰਗ ਏਜੰਟ ਹੁੰਦਾ ਹੈ ਉਹ ਇੱਕੋ ਹੀ ਬੈਠਾ ਹੈ, ਇੱਕੋ ਹੀ ਵੋਟਰ ਸੂਚੀ ਚੱਲ ਰਹੀ ਹੈ, ਸਾਰਾ ਪਿੰਡ ਵੋਟ ਪਾ ਕੇ ਆ ਰਿਹਾ, ਕੋਈ ਟੈਨਸ਼ਨ ਨਹੀਂ ਕਿਸੇ ਪ੍ਰਕਾਰ ਦੀ। ਹਾਂ, ਤੁਹਾਡੇ ਪਿੰਡ 'ਚ ਵੀ ਪਾਰਟੀਬਾਜ਼ੀ ਹੈਗੀਆਂ ਨੇ ਜਾਂ ਨਹੀਂ? ਨਹੀਂ ਸਾਡੇ ਪਿੰਡ 'ਚ ਕੋਈ ਪਾਰਟੀਬਾਜ਼ੀ ਨਹੀਂ, ਕੋਈ ਪਾਰਟੀਬਾਜ਼ੀ ਨਹੀਂ। ਚਲੋ ਵੋਟਾਂ ਹੁੰਦੀਆਂ ਨੇ, ਕਿਸੇ ਨੇ ਕਿਸੇ ਨੂੰ ਪਾਉਣੀਆਂ, ਕਿਸੇ ਨੇ ਕਿਸੇ ਨੂੰ ਪਾਉਣੀਆਂ, ਉਹ ਆਪਦਾ ਦਿਲ ਹੈ ਨਾ। ਵੋਟ ਦਾ ਜੀ ਸਭ ਦਾ ਅਧਿਕਾਰ ਹੈ ਨਾ, ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਰਿਹਾ ਵੀ ਫਲਾਣੇ ਨੂੰ ਪਾਓ, ਉਹ ਆਪਦਾ ਅਧਿਕਾਰ ਹੈ, ਉਹ ਅਗਲਾ ਨੂੰ ਇਸਤੇਮਾਲ ਕਰਨ ਦਿਓ। ਅੱਛਾ, ਜਦੋਂ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਨੇ ਤੇ ਉਦੋਂ ਤਾਂ 2 ਧੜਿਆਂ 'ਚ ਪਿੰਡ ਹੁੰਦਾ ਹੋਊਗਾ ਕਿ ਇੱਧਰਲੇ ਸਾਡੇ ਵਾਲੇ ਪਾਸੇ ਦੇ ਨੇ ਇਹ ਸਰਪੰਚ, ਦੂਜੀ ਧਿਰ ਵਾਲਾ ਸਰਪੰਚ ਕਹਿੰਦਾ ਸਾਡੇ ਵਾਲੇ ਪਾਸੇ ਦੇ ਨੇ। ਨਹੀਂ ਬਟ ਸਾਡੇ ਨਹੀਂ ਇੰਨਾ ਹੁੰਦਾ ਜੀ, ਟੈਂਟ ਜ਼ਰੂਰ ਦੋ ਲੱਗੇ ਹੁੰਦੇ ਨੇ, ਬਟ ਇੱਧਰਲੇ ਉੱਧਰ ਚਲੇ ਜਾਂਦੇ ਨੇ, ਉੱਧਰ ਇੱਧਰ ਆ ਜਾਂਦੇ ਨੇ, ਕੋਈ ਚੱਕਰ ਨਹੀਂ ਹੁੰਦਾ। ਸਰਪੰਚੀ ਵੇਲੇ ਵੀ ਤੁਹਾਨੂੰ ਬੁਲਾਵਾਂਗੇ, ਦਿਖਾਵਾਂਗੇ ਤੁਹਾਨੂੰ ਵੀ ਇੱਕ ਲੰਗਰ ਵੀ ਜਾ ਕੇ ਆਏ ਹੋਗੇ ਤਾਂ ਦੇਖ ਲਓ, ਉੱਥੇ ਕੋਈ ਪੁਲਿਸ ਮੁਲਾਜ਼ਮ ਖੜਾ ਹੈ ਕੋਈ, ਤੁਸੀਂ ਜਾ ਕੇ ਆਏ ਹੋਗੇ। ਬਾਕੀ ਮੈਂ ਕਮਾਲਪੁਰ ਵੀ ਜਾ ਕੇ ਆਇਆ, ਮੈਂ ਵੀ ਜਾ ਕੇ ਆਇਆ ਸਵੇਰੇ ਮਾਰਨਿੰਗ, ਤੇ ਉੱਥੇ ਮੈਂ ਜਿੱਥੇ ਪੋਲਿੰਗ ਬੂਥ ਲੱਗੇ ਹੋਏ ਨੇ ਉੱਥੇ 3-3 4-4 ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਵੀ ਕਿਤੇ ਕੋਈ ਝਗੜਾ ਵਗੈਰਾ ਨਾ ਹੋ ਜੇ। ਦੇਖ ਲਓ ਉੱਥੇ ਕੋਈ ਹੈ ਨੇੜੇ ਤੇੜੇ ਤੁਹਾਡੇ ਕੋਲ, ਠੀਕ ਹੈ। ਇਹ ਸਾਡਾ ਇੱਕ ਸਾਂਝਾ ਉਹ ਸਾਡਾ ਦੇਖੋ ਲੰਗਰ ਤਿਆਰ ਹੋ ਰਿਹਾ ਜੀ, ਸਾਰਾ ਸਭ ਦਾ ਸਾਂਝਾ ਇਕੱਠਾ ਜੀ। ਹਾਂ ਹਾਂ, ਆਓ ਤੇ ਛਕੋ, ਵੋਟ ਪਾਓ, ਜਾਓ। ਕਿਆ ਬਾਤ ਹੈ, ਇਹ ਇੱਕ ਬਹੁਤ ਵੱਖਰੀ ਪਹਿਲ ਬਾਈ ਨੇ ਹੁਣ ਦੱਸੀ ਹੈ। ਮੈਨੂੰ ਦਿਖਾ ਦਿਓ ਕਿ ਉੱਥੇ ਲੰਗਰ ਤਿਆਰ ਹੋ ਰਿਹਾ, ਜਿਹੜਾ ਵੀ ਕੋਈ ਵੀ ਪਾਰਟੀ ਦਾ ਆਉਂਦਾ, ਕੋਈ ਵੀ ਧਰਮ ਜਾਂ ਜਾਤੀ ਦਾ ਆਉਂਦਾ, ਐਸਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਕਹਿੰਦੇ ਇੱਕ ਪੰਕਤ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਲੰਗਰ ਛਕਾਇਆ ਜਾਂਦਾ ਤੇ ਫਿਰ ਵੋਟ ਪਵਾਈ ਜਾਂਦੀ ਆ। ਬਈ ਇਹ ਵਿਚਾਰ ਕਿੱਥੋਂ ਆਇਆ ਕਿ ਲੰਗਰ ਵੀ ਲਾ ਦਿੱਤਾ ਜਾਵੇ, ਕੋਈ ਵੀ ਪਾਰਟੀ ਦਾ ਆਵੇ ਇੱਥੋਂ ਲੰਗਰ ਛਕ ਕੇ ਤੇ ਫਿਰ ਵੋਟ ਪਾਉਣ ਜਾਵੇ? ਬਸ ਮੇਰੇ ਫਾਦਰ ਸਾਹਿਬ ਦੀ ਸੋਚਦੀ ਹੈ। ਹਾਂਜੀ ਹਾਂ, ਲੱਗਦਾ ਬਾਈ ਕਿ ਜਿਵੇਂ ਤੁਸੀਂ ਨੌਜਵਾਨ ਹੋ, ਨੌਜਵਾਨ ਸਰਪੰਚ ਦੀ ਇੱਕ ਸੋਚ ਵੱਖਰੀ ਜੀ ਹੈ ਕਿ ਜੇਕਰ ਨੌਜਵਾਨ ਅੱਗੇ ਆਉਣ ਤੁਹਾਡੇ ਵਰਗੇ ਹੋਰ, ਤਾਂ ਸਾਰੇ ਪਿੰਡਾਂ 'ਚੋਂ ਜਿਹੜਾ ਵਿਰੋਧ ਹੈ ਉਹ ਖਤਮ ਹੋ ਸਕੇ, ਇੱਕ ਦੂਜੇ ਨਾਲ ਜਿਹੜਾ ਅਸੀਂ ਪਾੜਦੇ ਹਾਂ ਉਹ ਚੀਜ਼ ਖਤਮ ਹੋ ਜਾਂਦੀ ਹੈ ਜੇਕਰ ਤੁਹਾਡੇ ਵਰਗੇ ਨੌਜਵਾਨ ਅੱਗੇ ਆਉਣ। ਬਿਲਕੁਲ ਜੀ, ਜਿੰਨਾ ਟਾਈਮ ਨਵੀਂ ਪੀੜ੍ਹੀ, ਨਵੇਂ ਮੁੰਡੇ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ, ਅੱਗੇ ਨਹੀਂ ਆਉਂਦੇ, ਉਹਨਾਂ ਟਾਈਮ ਮੈਨੂੰ ਨਹੀਂ ਲੱਗਦਾ ਵੀ ਚੇਂਜ ਹੋਊਗਾ। ਇਹ ਚੇਂਜ ਕਰਨ ਵਾਸਤੇ ਨਵੀਂ ਸੋਚ ਵਾਲੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ, ਨਵੇਂ ਮੁੰਡੇ ਨੂੰ ਅੱਗੇ ਆਉਣਾ ਚਾਹੀਦਾ, ਤਦ ਹੀ ਚੇਂਜ ਹੋ ਸਕਦਾ ਹੈ। ਹਾਂਜੀ। ਤੇ ਬਈ ਸਿਆਸੀ ਪਾਰਟੀਆਂ ਕਿੰਨੀਆਂ ਕੁ ਤੁਹਾਡੇ ਤੱਕ ਪਹੁੰਚ ਕਰਦੀਆਂ ਨੇ ਕਿ ਉੱਥੇ ਮੈਂ ਬੋਰਡ ਦੇਖਿਆ ਕਿਸਾਨ ਯੂਨੀਅਨ ਦਾ ਲਾਇਆ ਹੋਇਆ ਤੁਸੀਂ ਕਿ ਸਾਡੇ ਪਿੰਡ 'ਚ ਪਹਿਲਾਂ ਤਾਂ ਲੱਗਿਆ ਹੋਇਆ ਮੇਰੇ ਖਿਆਲ ਨਾਲ ਕਿ ਕੋਈ ਰਾਜਨੀਤਿਕ ਲੀਡਰ ਨਾ ਆਵੇ, ਤੇ ਹਾਂ ਉਦੋਂ ਤੱਕ ਕਿੰਨੀ ਕੁ ਪਹੁੰਚ ਤੁਹਾਡੇ ਤੱਕ ਬਣੀ ਸੀ ਕਿ ਸਾਡਾ ਫੇਰਾ ਪਵਾਓ ਜੀ ਪਿੰਡ 'ਚ ਵੋਟਾਂ ਆ ਗਈਆਂ? ਸਾਰੇ ਆਏ ਸੀ, ਤਕਰੀਬਨ ਸਾਰੇ ਆਉਂਦੇ ਨੇ ਜੀ ਸਭ। ਹਾਂਜੀ, ਸਰਪੰਚ ਤੱਕ ਤਾਂ ਸਾਰੀ ਅਪਰੋਚ ਕਰਦੇ ਨੇ। ਹਾਂਜੀ ਹਾਂ। ਫਿਰ ਪਿੰਡ ਵਾਲਿਆਂ ਦਾ ਕੀ ਫੈਸਲਾ ਸੀ ਉਦੋਂ? ਵੀ ਸਾਰਿਆਂ ਨੂੰ ਵੈਲਕਮ ਕਹੋ, ਕੋਈ ਗੱਲ ਨਹੀਂ ਜੀ, ਹਾਂ ਆ ਕੇ ਉਹਨਾਂ ਦੇ ਵਿਚਾਰ ਸੁਣੋ,
ਸੋ ਨਿਰਣਾ ਤਾਂ ਲੋਕਾਂ ਨੇ ਕਰਨਾ ਵੀ ਕਿਹਨੂੰ ਪਾਉਣੀ ਹੈ। ਅੱਛਾ, ਜਦੋਂ ਪਿੰਡ 'ਚ ਕੋਈ ਲੀਡਰ ਆਉਂਦਾ ਹੋਊਗਾ, ਪਿੱਛੇ ਚੋਣ ਪ੍ਰਚਾਰ ਵੇਲੇ ਇਕੱਠ ਹੁੰਦਾ ਹੋਊਗਾ, ਉਦੋਂ ਸਾਰਾ ਪਿੰਡ ਹੀ ਆ ਜਾਂਦਾ ਸੀ ਜਾਂ ਇਕੱਲੀ ਉਹ ਪਾਰਟੀ ਵਾਲੇ ਆਉਂਦੇ ਸੀ? ਹਾਂਜੀ, ਜਿਹੜੇ ਹੁੰਦੇ ਸੀ ਵੀ ਘਰ ਹੁੰਦੇ ਸੀ, ਲੋਕ ਆ ਜਾਂਦੇ ਸੀ, ਸਾਰੇ ਆ ਜਾਂਦੇ ਸੀ ਜੀ, ਅੱਛਾ। ਸਭ ਦੇ ਵਿਚਾਰ ਸੁਣਦੇ ਸੀ। ਹਾਂਜੀ। ਤੇ ਇਹ ਇੱਕ ਵੱਖਰਾ ਜਿਹਾ ਸੁਨੇਹਾ ਪਿੰਡ ਦੇ ਵਿੱਚ ਬਾਈ ਹੋਰੀ ਮੈਨੂੰ ਦੱਸ ਰਿਹਾ ਕਿ ਕੋਈ ਵੀ ਪਾਰਟੀ ਦਾ ਰਾਜਨੀਤਿਕ ਲੀਡਰ ਆਉਂਦਾ ਤਾਂ ਸਾਡਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ। ਕੋਈ ਇਹ ਨਹੀਂ ਹੈਗਾ ਕਿ ਇਹ ਅਕਾਲੀ ਦਲ ਦਾ ਲੀਡਰ ਹੈ, ਕੋਈ ਇਹ ਨਹੀਂ ਹੈਗਾ ਝਾੜੂ ਵਾਲਿਆਂ ਦਾ, ਕੋਈ ਇਹ ਨਹੀਂ ਹੈਗਾ ਕਾਂਗਰਸ ਦਾ। ਤੇ ਅਸੀਂ ਰਾਜਨੀਤਿਕ ਲੀਡਰਾਂ ਦੀ ਨੀਤੀ ਨੂੰ ਨਹੀਂ ਸਮਝਦੇ, ਅਸੀਂ ਆਪਣੇ ਵਿਕਾਸ ਨੂੰ ਸਮਝਦੇ ਹਾਂ। ਬਾਈ ਜੀ ਪਿੰਡ ਵਾਲੇ ਵਿਕਾਸ ਨੂੰ ਸਮਝਦੇ ਆ ਕਿ ਕਿਹੜੀ ਪਾਰਟੀ ਨੂੰ ਵਿਕਾਸ ਵੋਟ ਪਾਵਾਂਗੇ ਤੇ ਵਿਕਾਸ ਵਧੀਆ ਹੋਊਗਾ, ਜਾਂ ਲੋਕ ਜਿਵੇਂ ਤੁਸੀਂ ਆਖਿਆ ਕਿ ਸਾਡੇ ਪਿੰਡ ਦੇ ਬਹੁਤ ਲੋਕ ਰਾਜਨੀਤਿਕ ਪੱਧਰ ਤੋਂ ਉੱਪਰਲੇ ਲੈਵਲ ਤੇ ਨੇ? ਮੇਰੇ ਖਿਆਲ 'ਚ ਹੀ ਨਾ ਐਕਚੁਅਲ ਦੇ ਵਿੱਚ ਪਾਰਟੀ ਮੈਟਰ ਨਹੀਂ ਕਰਦੀ, ਬੰਦਾ ਮੈਟਰ ਕਰਦਾ ਹੈ। ਸੋ ਪਿੰਡ ਲੋਕ ਵੀ ਜਿਵੇਂ ਪਿੰਡ ਦਾ ਸਰਪੰਚ ਚੁਣਦੇ ਨੇ, ਉਹ ਵੀ ਬੰਦਾ ਦੇਖ ਕੇ, ਜੇ ਆਪਾਂ ਨੇ ਹੁਣ ਵੀ ਵੋਟ ਪਾਉਣੀ ਹੈ ਤਾਂ ਪਾਰਟੀ ਨਾ ਦੇਖੋ, ਬੰਦਾ ਦੇਖੋ। ਸੋ ਇਹ ਸੁਨੇਹਾ ਤੁਸੀਂ ਲੋਕਾਂ ਤੱਕ ਪਹੁੰਚਾਇਆ ਆਪਦੇ ਪਿੰਡ ਦੇ ਤੱਕ? ਹਾਂਜੀ ਹਾਂਜੀ, ਸਾਰੇ ਤਾਂ ਹੀ ਮਤਲਬ ਉਹੀ ਗੱਲ ਹੈ ਵੀ ਲੋਕ ਬੰਦੇ ਨੂੰ ਦੇਖ ਕੇ ਹੀ ਵੋਟ ਕਰਦੇ ਨੇ। ਮੈਨੂੰ ਲੱਗਦਾ ਵੀ ਹੁਣ ਪਾਰਟੀ ਨਹੀਂ ਕੋਈ ਦੇਖਦਾ, ਬੰਦਾ ਦੇਖਦਾ ਵੀ ਕੈਂਡੀਡੇਟ ਕਿਹੋ ਜਿਹਾ, ਉਹਦਾ ਚਰਿੱਤਰ ਦੇਖਦੇ ਨੇ ਵੀ ਕਿਵੇਂ ਦਾ ਬੰਦਾ। ਹਾਂਜੀ। ਤੇ ਕਿਵੇਂ ਦਾ ਹੌਸਲਾ ਤੇ ਲੋਕਾਂ ਦੇ ਵੱਲੋਂ ਸਹਿਯੋਗ ਮਿਲ ਰਿਹਾ ਤੁਹਾਨੂੰ? ਇੱਕ ਨਵੀਂ ਪਹਿਲ ਇਹ ਸਾਲ ਕੀਤੀ ਹੈ। ਹਾਂਜੀ, ਬਹੁਤ ਵਧੀਆ ਲੱਗ ਰਿਹਾ। ਦੇਖੋ ਸਾਰੇ ਇਕੱਠੇ ਖੜੇ ਨੇ, ਸਾਰੇ ਆਏ ਨੇ, ਸਾਰੀਆਂ ਮਤਲਬ ਇਕੱਠੇ ਹੋਏ ਨੇ ਤੇ ਇਕੱਠੇ ਲੰਗਰ ਛਕਣਗੇ, ਸਾਰਾ ਵਧੀਆ। ਪਹਿਲਾਂ ਕੀ ਮਾਹੌਲ ਹੁੰਦਾ ਸੀ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ? ਪਹਿਲਾਂ ਦਾ ਮਾਹੌਲ ਕੀ? ਠੀਕ ਹੈ, ਤਕਰੀਬਨ ਸਾਡੇ ਪਿੰਡ ਕੋਈ ਐਡੀ ਗੱਲ ਨਹੀਂ ਹੁੰਦੀ ਜੀ, ਨਾਰਮਲ ਹੁੰਦਾ ਸਾਡੇ। ਹਾਂ, ਅਲੱਗ ਲੱਗਦੇ ਸੀ ਜੀ, ਪਹਿਲਾਂ ਅਲੱਗ 3-4 ਟੈਂਟ ਲੱਗਦੇ ਸੀ, ਹੁਣ ਅਸੀਂ ਇਕੱਠਾ ਕਰਤਾ, ਸਾਰੇ ਇਕੱਠੇ ਹੋ ਗਏ। ਹਾਂਜੀ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਇੱਕ ਵੱਖਰਾ ਜਿਹਾ ਉਪਰਾਲਾ ਪਿੰਡ ਵਾਲਿਆਂ ਦੇ ਵੱਲੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮਕਸਦ ਇਹੀ ਸੀ ਕਿ ਦੇਸ਼ ਦੁਨੀਆ ਦੇ ਵਿੱਚ ਇਹ ਸੁਨੇਹਾ ਜਾ ਸਕੇ ਕਿ ਅਸੀਂ ਆਪਣੇ ਪਿੰਡ ਨੂੰ ਰਾਜਨੀਤਿਕ ਲੀਡਰਾਂ ਦੇ ਪਿੱਛੇ ਲੱਗ ਕੇ ਨਾ ਪਾੜੀਏ, ਅਲੱਗ-ਅਲੱਗ ਪੋਲਿੰਗ ਬੂਥ ਨਾ ਲਾਈਏ। ਕਈ ਪੋਲਿੰਗ ਬੂਥ ਇਹੋ ਜਿਹੇ ਵੀ ਹੁੰਦੇ ਆ ਪਿੰਡਾਂ ਦੇ ਵਿੱਚ ਜਿੱਥੇ ਇੱਕ ਧਿਰ ਦੀ ਦੂਜੀ ਧਿਰ ਨਾਲ ਲੜਾਈ ਹੋ ਜਾਂਦੀ ਹੈ, ਤੇ ਪਰ ਇਹ ਪਿੰਡ ਦੇ ਵਿੱਚ ਐਸਾ ਕੁਝ ਨਹੀਂ। ਬਾਈ ਹੋਰੀ ਦੱਸਦੇ ਆ ਕਿ ਜਦੋਂ ਸਾਡੇ ਪਿੰਡ ਸਰਪੰਚ ਵੀ ਚੁਣਦੇ ਆ ਨਾ, ਤਾਂ ਉਦੋਂ ਵੀ ਸਾਡੇ ਪਿੰਡ 21 ਬੂਥ ਲੱਗਦਾ ਜਦੋਂ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ। ਤੇ ਜਦੋਂ ਕੋਈ ਵੀ ਲੀਡਰ ਆਉਂਦਾ ਹੈ ਤਾਂ ਅਸੀਂ ਸਾਰਾ ਪਿੰਡ ਉਹਨੂੰ ਸੁਣਨ ਲਈ ਜਾਂਦੇ ਹਾਂ, ਕੋਈ ਵੀ ਪਾਰਟੀ ਹੋਵੇ। ਅਸੀਂ ਵਿਚਾਰਧਾਰਾ ਕਿਸੇ ਵੀ ਪਾਰਟੀ ਦੀ ਨਾਲ ਨਹੀਂ ਜੁੜੇ ਹੋਏ, ਅਸੀਂ ਦੇਖਦੇ ਹਾਂ ਤਾਂ ਸਿਰਫ ਔਰ ਸਿਰਫ ਚਿਹਰਾ ਦੇਖਦੇ ਹਾਂ ਕਿ ਕਿਹੜਾ ਵਧੀਆ ਕੰਮ ਕਰ ਸਕਦਾ। ਤੇ ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ। ਜੁੜੇ ਰਹੋ ਸਫਰ ਟੀਵੀ ਦੇ ਨਾਲ। ਇਹ ਪਿੰਡ ਸੂਲਰ ਸੀ, ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਇਹ, ਤੇ ਹਲਕਾ ਦਿੜਬਾ ਪੈ ਜਾਂਦਾ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ।